वाहिगुरु जी का खालसा वाहिगुरु जी की फतेह। सतगुरां दी निगी गोद विच जुड़ बैठ करके संध्या दे दीवाना दा आप जी आनंद माण रहे हो। शुभ घड़ियां प्राप्त हुई ने। गुरु कृपा सदका इन्हां नूं सफलियां बढ़ाइए। हर रोज सतगुरां दी पावन जीवन कथा नूं आप जी श्रवण करते हो। जिस विच आप जी ने श्रवण कीता किवें नरसिंह ने हिरण्यकशिप दा वध कीता, नौहां नाल पाड़ सुटिया। अंतड़ियां कढ़ के गल विच पा लईयां। जिन्ने भी राक्षस हमला करन वास्ते आए सब नूं मौत दे घाट उतारिया। तख्त ते बैठ गए। स्वर्गां दे देवतियां दे विच तरथल्ली मची हुई है। किवें ना किवें नरसिंह नूं शांत कीता जाए, क्योंकि रोह हजे भी मिट नहीं गया। इन्हां सारे प्रकरणां नूं आप जी ने बड़े विस्तार से श्रवण कीता है। आओ कुछ समा मन चित व्यक्तियां नूं एकाग्र चित बनाइए। सांझ पाओ प्यार दी, बख्शो आसीस गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। तेज न सहयो जात मुझ पासा, अवलोकन ते उपजत त्रासा। जिस वेले तिन्ने लोकां दा राजा हिरण्यकशिप बोटी बोटी करके धरती ते खिलार दिता। विष्णु दा रूप नरसिंह अजे भी गुस्से च है। अकाल पुरख परमात्मा ने अपनी खेड़ वरताई, अपने प्यारे की लाज रखने वास्ते वो इस रूप विच आए, पर शांत नहीं हैं। बेशक दैंतां दा राज खत्म हो गया, खुरा खोज मिटा दिता गया। देवी देवतियां ने आके पुकार की, पर नरसिंह शांत ना होए। फिर उन्हें माया नूं भेजिया, जिन्हों लक्ष्मी कहते हैं। तरले मिन्नतां कीतियां, गुस्सा लथ नहीं रहा। आखिरकार देवी देवते फिर एकत्र हुए। कुछ ऐसा किया जाए नरसिंह शांत होण, इस तख्त उत्ते किसे नूं बिठाया जावे।
ਸ੍ਰੀ ਗੁਰ ਅੰਗਦ ਜੀ ਸੁਣ ਕਾਨਾ, ਜੋ ਇਤਿਹਾਸ ਪ੍ਰਹਿਲਾਦ ਬਖਾਨਾ। ਭਾਈ ਬਾਲਾ ਜੀ ਦੱਸ ਰਹੇ ਨੇ ਗੁਰੂ ਅੰਗਦ ਦੇ ਪਾਤਸ਼ਾਹ ਜੀ, ਕਿਰਪਾ ਕਰਕੇ ਅੱਗੇ ਸੁਣੋ, ਮੈਂ ਉਹ ਹੀ ਸੁਣਾ ਰਿਹਾ ਹਾਂ ਜੋ ਸਾਨੂੰ ਭਗਤ ਪ੍ਰਹਿਲਾਦ ਜੀ ਨੇ ਆਪਣੀ ਰਸਨਾ ਤੋਂ ਸੁਣਾਇਆ। ਅਸੀਂ ਕੰਨਾਂ ਨਾਲ ਬਹਿ ਕੇ ਸੁਣਿਆ। ਜਦੋਂ ਦੇਵੀ ਦੇਵਤੇ ਬੇਬਸ ਹੋ ਗਏ, ਕਿਸੇ ਦਾ ਜ਼ੋਰ ਹੀ ਨਹੀਂ ਚੱਲਦਾ, ਹੰਕਾਰ ਕਰਨ ਵਾਲਾ ਚਕਨਾਚੂਰ ਹੋ ਗਿਆ, ਪੂਰੀ ਕੁੱਲ ਕਾਇਨਾਤ ਨੂੰ ਇਸ ਗੱਲ ਦੀ ਸਮਝ ਆ ਗਈ ਵੀ ਹੰਕਾਰ ਕਰਨ ਵਾਲਾ ਭਾਵੇਂ ਰੱਬ ਤੋਂ ਵੀ ਪਾਵਰ ਤਾਕਤ ਲੈ ਲਏ, ਇੱਕ ਦਿਨ ਮਿਟਣਾ ਪੈਂਦਾ। ਭਰੇ ਦਰਬਾਰ ਵਿੱਚ ਗੁਰੂ ਅੰਗਦ ਦੇ ਪਾਤਸ਼ਾਹ ਇਸ ਕਥਾ ਨੂੰ ਬੜੇ ਪਿਆਰ ਵਿੱਚ, ਰੰਗ ਵਿੱਚ ਭਿੱਜ ਕੇ ਸੁਣ ਰਹੇ ਆ। ਭਾਈ ਬਾਲਾ ਜੀ ਨੂੰ ਇਸ਼ਾਰਾ ਹੋਇਆ, ਅਗਲੀ ਕਥਾ ਸੁਣਾਓ। ਅੱਗੇ ਫੇਰ ਕੀ ਹੋਇਆ? ਸੁਰ ਮਿਲ ਕਰ ਤਬ ਮੁਝ ਟਿਕਿਆਏ, ਅਦਕ ਨਹੀਂ ਕੇ ਬਚਨ ਸੁਣਾਏ। ਜਿਸ ਵੇਲੇ ਦੇਵਤਿਆਂ ਨੇ ਵੇਖਿਆ ਵੀ ਨਰਸਿੰਘ ਸ਼ਾਂਤ ਨਹੀਂ ਹੋ ਰਹੇ, ਸ਼ਾਂਤ ਕਿਵੇਂ ਹੋਣਗੇ? ਕੋਈ ਉਹਨਾਂ ਦਾ ਬਹੁਤਾ ਪਿਆਰਾ ਕਰੀਬੀ ਆ ਕੇ ਮਿਲਾਵੇ। ਬ੍ਰਹਮਾ ਜੀ ਨੇ ਕਾਫੀ ਦੇਵਤਿਆਂ ਨੂੰ ਨਾਲ ਲਿਆ। ਭਗਤ ਪ੍ਰਹਿਲਾਦ ਕਹਿੰਦੇ ਮੇਰੇ ਕੋਲ ਚੱਲ ਕੇ ਆਵੇ। ਮੈਨੂੰ ਸਭਾ ਤੋਂ ਬਾਹਰ ਬੁਲਾਇਆ ਗਿਆ। ਮੈਂ ਉਸੇ ਦਹਲੀਜ਼ ਨੂੰ ਪਾਰ ਕਰਕੇ ਗਿਆ ਜਿੱਥੇ ਹਿਰਣਕਸ਼ਿਪ ਦਾ ਟੁਕੜਾ ਟੁਕੜਾ ਪਿਆ। ਦੇਵਤੇ ਮੇਰੇ ਸਾਹਮਣੇ ਹੱਥ ਜੋੜ ਕੇ ਖੜੇ ਨੇ, ਵੱਡੀਆਂ ਪਾਵਰਾਂ ਦੇ ਮਾਲਕ। ਕਿਸੇ ਨੂੰ ਬ੍ਰਹਮਾ ਕਹਿੰਦੇ ਆ, ਕਿਸੇ ਨੂੰ ਕੁਬੇਰ ਕਹਿੰਦੇ ਆ, ਕੋਈ ਇੰਦਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਕਿਸੇ ਨੂੰ ਸ਼ਿਵ ਕਹਿੰਦੇ ਆ। ਜਦੋਂ ਕਹਿੰਦੇ ਮੈਂ ਨੇੜੇ ਆਇਆ, ਹੱਥ ਜੋੜ ਕੇ ਮੇਰੇ ਸਾਹਮਣੇ ਬੈਠ ਗਏ। ਭਗਤ ਕਹਿੰਦੇ ਮੈਂ ਆਮ ਜਿਹਾ ਬੱਚਾ ਸੀ, ਬੇਸ਼ੱਕ ਮੈਨੂੰ ਦੁਨੀਆ ਦੈਂਤ ਪੁੱਤਰ ਕਹਿੰਦੀ ਸੀ, ਪਰ ਕਰਦਾ ਸੀ ਭਗਤ, ਜਪਦਾ ਸੀ ਪਰਮਾਤਮਾ। ਜਿੰਨੇ ਦੇਵਤੇ ਨੇ ਸਾਰਿਆਂ ਨੇ ਹੱਥ ਜੋੜ ਕੇ ਮੇਰੇ ਅੱਗੇ ਬੇਨਤੀ ਕੀਤੀ, ਸ਼੍ਰੀ ਨਰ ਸਿੰਘ ਨਿਕਟ ਤੁਮ ਜਾਓ, ਕ੍ਰੋਧ ਵਿਸਾਲ ਸ਼ਾਂਤ ਕਰਵਾਵੋ। ਤੇ ਬ੍ਰਹਮਾ ਜੀ ਆਖਣ ਲੱਗੇ ਪ੍ਰਹਿਲਾਦ ਜੀ ਤੁਹਾਨੂੰ ਜਾਣਾ ਪਏਗਾ ਨਰਸਿੰਘ ਜੀ ਦੇ ਕੋਲ, ਜੋ ਤਖਤ ਤੇ ਬੈਠੇ ਆ, ਖੂਨ ਨਾਲ ਲੱਥ ਪੱਥ ਨੇ। ਕੋਲ ਜਾ ਕੇ ਉਹਨਾਂ ਨੂੰ ਸ਼ਾਂਤ ਕਰਾਓ, ਬੇਨਤੀ ਕਰੋ। ਪਰ ਪ੍ਰਹਿਲਾਦ ਕਹਿੰਦੇ ਮੈਂ ਉਸ ਵੇਲੇ ਅਸਮੰਜਸ ਜ਼ਾਹਰ ਕੀਤੀ ਵੀ ਜੇ ਤੁਹਾਡੇ ਵਰਗੇ ਦੇਵੀ ਦੇਵਤੇ ਸ਼ਾਂਤ ਨਹੀਂ ਕਰਾ ਸਕਦੇ ਤੇ ਮੈਂ ਤੇ ਫਿਰ 5 ਸਾਲਾਂ ਦਾ ਬੱਚਾ, ਮੈਂ ਕੀ ਕਰ ਸਕਦਾ? ਮੈਨੂੰ ਸਮਝ ਨਹੀਂ ਹੈ। ਕਹਿੰਦੇ ਨਹੀਂ, ਇੱਕ ਵਾਰ ਕੋਲ ਜਾ ਕੇ ਹੱਥ ਜੋੜ ਕੇ ਬੇਨਤੀ ਕਰੋ। ਇਨਕੇ ਸੁਣ ਕਰ ਮੈਂ ਅਸ ਬਿਨ, ਗਮਨਿਓ ਨਿਕਟ ਹਿਰਦੇ ਕਛ ਭੈ ਨਾ। ਪਰ ਜਿਸ ਵੇਲੇ ਮੈਨੂੰ ਦੇਵਤਿਆਂ ਨੇ ਇੱਕੋ ਗੱਲ ਆਖੀ ਵੀ ਸਿੱਟਾ ਇਹੋ ਹੀ ਹੈ, ਹੋਰ ਕੋਈ ਤੌਰ ਤਰੀਕਾ ਹੈ ਹੀ ਨਹੀਂ ਵੀ ਨਰਸਿੰਘ ਦਾ ਗੁੱਸਾ ਸ਼ਾਂਤ ਹੋਵੇ। ਭਗਤ ਕਹਿੰਦੇ ਮੈਂ ਸਤ ਵਚਨ ਕਹਿੰਦਾ, ਮੈਨੂੰ ਕੀ ਡਰ ਹੈ ਕਿਸੇ ਦਾ? ਮੈਨੂੰ ਤੇ ਰੱਬ ਦਾ ਵੀ ਡਰ ਨਹੀਂ। ਕਿਉਂ? ਕਿਉਂਕਿ ਭਗਤੀ ਵਾਲਿਆਂ ਨੂੰ ਕਿਸੇ ਦਾ ਵੀ ਡਰ ਨਹੀਂ ਹੁੰਦਾ। ਤੇ ਉਹਦੇ ਤੋਂ ਕਿਉਂ ਡਰਨਾ ਹੈ? ਜੋ ਰੱਬ ਹੈ, ਪਰਮਾਤਮਾ ਹੈ, ਉਹ ਤੇ ਇਹਨਾਂ ਦੇ ਪੱਖ 'ਚ ਆਇਆ ਹੋਇਆ। ਭਗਤ ਕਹਿੰਦੇ ਮੈਂ ਨਿਡਰ ਹੋ ਕੇ ਅੰਦਰ ਆ ਗਿਆ। ਜਿਸ ਤਖਤ ਤੇ ਨਰਸਿੰਘ ਬੈਠੇ ਸਨ, ਸਾਹਮਣੇ ਆਣ ਖੜਾ ਹੋਇਆ। ਉਹ ਗੁੱਸੇ ਵਿੱਚ ਵੱਡੇ ਵੱਡੇ ਸਵਾਸ ਲੈਂਦੇ ਆ। ਸਾਰੀ ਸਭਾ ਕਹਿੰਦੇ ਖੂਨ ਨਾਲ ਭਰੀ ਪਈ ਹੈ, ਰੋ ਨਹੀਂ ਕਰ ਰਿਹਾ, ਕ੍ਰੋਧ ਨਹੀਂ ਜਾ ਰਿਹਾ। ਮੈਂ ਸਾਹਮਣੇ ਆ ਕੇ ਹੱਥ ਜੋੜਨਾ ਵਿਸ਼ਕਾਰ ਕੀਤੀ ਹੈ। ਚਰਨ ਕਮਲ ਪਕੜੀ ਤਬ ਜਾਈ, ਬੰਧਨ ਕੀਨ ਡੰਡ ਕੀਨੇ ਆਈ। ਉਹਨਾਂ ਨੇ ਗੁੱਸੇ ਵਿੱਚ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ,
ਸਵਾਸ ਲੈ ਰਹੇ ਆ। ਭਗਤ ਜੀ ਕਹਿੰਦੇ ਮੈਂ ਚਰਨ ਫੜ ਕੇ ਨਾ ਨਰਸਿੰਘ ਦੇ ਦੰਡਵਤ ਕੀਤੀ, ਨਮਸਕਾਰ ਕੀਤੀ, ਦੰਡਾਉਤ ਬੰਦਨਾ ਕਰ ਦਿੱਤੀ। ਕਹਿੰਦੇ ਜਦੋਂ ਮੇਰੇ ਹੱਥ ਉਹਨਾਂ ਦੇ ਚਰਨਾਂ ਨੂੰ ਲੱਗੇ, ਇੱਕਦਮ ਨਰਸਿੰਘ ਨੇ ਅੱਖਾਂ ਖੋਲੀਆਂ। ਪੈਰ ਨਹੀਂ ਝਟਕਾਇਆ, ਕਿਉਂਕਿ ਅਹਿਸਾਸ ਹੋਇਆ ਇੰਨੇ ਕੋਮਲ ਹੱਥ ਕਿਹਦੇ ਹੋ ਸਕਦੇ, ਇੱਕ ਬੰਦਗੀ ਵਾਲੀ ਰੂਹ ਦੇ ਹੋ ਸਕਦੇ, ਜੋ ਅੰਦਰੋਂ ਵੀ ਕੋਮਲ ਹੈ, ਅੰਦਰੋਂ ਵੀ ਨਰਮ ਹੈ। ਮੈਂ ਚਰਨ ਫੜੇ ਉਹਨਾਂ ਦੇ, ਆਪਣਾ ਸਿਰ, ਆਪਣਾ ਮਸਤਕ ਚਰਨਾਂ ਤੋਂ ਚੁੱਕਿਆ ਨਾ। ਸ਼੍ਰੀ ਨਰਸਿੰਘ ਜਬੈ ਦ੍ਰਿਗ ਦਿਖਾ, ਪਰਿਓ ਚਰਨ ਪਰ ਅਭੈ ਬਸਿਖਾ। ਨਰਸਿੰਘ ਜੀ ਨੇ ਵੇਖ ਕੇ ਮੇਰੇ ਵੱਲ ਥੋੜੀ ਮੁਸਕਰਾਹਟ ਦਿੱਤੀ। ਵੇਖਿਆ ਭਗਤ ਪ੍ਰਹਿਲਾਦ ਸਾਡੇ ਚਰਨਾਂ ਤੇ ਪਏ ਆ। ਉਹਨੂੰ ਹੱਥ ਨਹੀਂ ਸੀ ਲਾਉਣਾ ਚਾਹੁੰਦੇ, ਕਿਉਂਕਿ ਉਹਨਾਂ ਹੱਥਾਂ ਦੇ ਨਾਲ ਉਹਨਾਂ ਨੇ ਦੈਂਤਾਂ ਦਾ ਵੱਧ ਕੀਤਾ ਹੋਇਆ ਹੈ, ਖੂਨ ਨਾਲ ਲੱਥ-ਪੱਥ ਨੇ, ਵੱਡੇ ਵੱਡੇ ਨਹੁੰ ਹਨ। ਕਹਿੰਦੇ ਮੈਨੂੰ ਵੇਖ ਮੁਸਕਰਾਏ, ਮੈਨੂੰ ਉੱਠਣ ਦਾ ਇਸ਼ਾਰਾ ਕੀਤਾ ਏ। ਜੈ ਕਰ ਤਬ ਉਠਾਵ ਜਗਦੀਸ਼ਾ, ਕਰ ਅਰਬਿੰਦ ਧਾਰ ਕਰ ਸੀਸਾ। ਜਦੋਂ ਮੈਂ ਚਰਨਾਂ ਤੇ ਸੀਸ ਰੱਖਿਆ ਨਾ, ਇੱਕਦਮ ਨਰਸਿੰਘ ਜੀ ਸਿੰਘਾਸਣ ਤੋਂ ਉੱਠੇ, ਉੱਠ ਕੇ ਮੈਨੂੰ ਗਲਵੱਕੜੀ ਪਾ ਕੇ ਕਹਿੰਦੇ ਪੁੱਤਰ ਬੈਠ ਜਾਓ। ਉਹਦੇ ਬਚਨ ਸੀ ਜਿਹਨੇ ਵੱਡਿਆਂ ਵੱਡਿਆਂ ਦੈਂਤਾਂ ਨੂੰ ਪਾੜ ਪਾੜ ਕੇ ਰੱਖ ਦਿੱਤਾ। ਤਿੰਨੇ ਲੋਕਾਂ ਦੇ ਰਾਜੇ ਹਿਰਣਕਸ਼ਪ ਨੂੰ ਖਿੱਦੋ ਵਾਂਗ ਉਹਦੇੜ ਦਿੱਤਾ। ਉਸ ਸੱਜਣ ਨੇ, ਉਸ ਪਿਆਰੇ ਨੇ, ਜਿਹਦਾ ਰੂਪ ਬੜਾ ਡਰਾਵਣਾ ਸੀ, ਸ਼ੇਰ ਵਰਗਾ, ਵੱਡੇ ਵੱਡੇ ਦੰਦ, ਸਰੀਰ ਮਨੁੱਖਾਂ ਵਾਲਾ, ਕਹਿੰਦੇ ਉਹਨਾਂ ਮੈਨੂੰ ਪੁਚਕਾਰਿਆ। ਬੜੇ ਪ੍ਰੇਮ ਦੇ ਨਾਲ ਅੱਖ ਭਰ ਕੇ ਮੇਰੇ ਵੱਲ ਤੱਕਦੇ ਹਨ। ਸੰਗ ਸਨੇਹੇ ਪਲੋਸਤ ਮਾਥਾ, ਉਠ ਉਸਤਤ ਮੈਂ ਕੀਏ ਜਗਨਾਥਾ। ਆਖਰਕਾਰ ਉਹਨਾਂ ਨੇ ਗਲਵੱਕੜੀ ਵਿੱਚ ਲੈ ਕੇ ਮੇਰਾ ਮੱਥਾ ਝੁੰਮਿਆ, ਬਾਹਾਂ ਦੇ ਨਾਲ ਮੇਰੀ ਪਿੱਠ ਪੜੋਸੀ, ਜਿਵੇਂ ਇੱਕ ਮਾਂ ਆਪਣੇ ਛੋਟੇ ਜਿਹੇ ਬੱਚੇ ਨੂੰ ਪੜੋਸਦੀ ਹੈ। ਭਗਤ ਪ੍ਰਹਿਲਾਦ ਕਹਿੰਦੇ ਮੇਰੀਆਂ ਅੱਖਾਂ ਚੋਂ ਹੰਝੂ ਆ ਗਏ। ਪਰ ਉਸ ਵੇਲੇ ਮੈਂ ਸਾਹਮਣੇ ਬੈਠ ਕੇ ਉਹਨਾਂ ਦੇ ਗੁਣ ਗਾਉਣ ਲੱਗਾ ਹਾਂ। ਉਮ ਗਇਓ ਪ੍ਰੇਮ ਹਿਰਦੇ ਕੋ ਭਾਰੇ, ਲੋਚਨ ਤੇ ਸ਼ਵਹਿ ਜਲ ਧਾਰੇ। ਤੇ ਮੈਂ ਫਿਰ ਸਿਫਤ ਲੱਗਾ ਜਦੋਂ ਕਰਨ, ਮੇਰੀਆਂ ਅੱਖਾਂ ਚੋਂ ਆਪ ਮੁਹਾਰੇ ਹੰਝੂ ਆ ਗਏ, ਜਲ ਆ ਗਿਆ। ਕਹਿੰਦੇ ਮੇਰੇ ਵੱਲ ਵੇਖਦੇ ਰਹੇ ਨਰਸਿੰਘ, ਵੇਖ 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 ਮੈਨੂੰ ਸ਼ਾਂਤ ਹੁੰਦੇ ਰਹੇ। ਗੁੱਸਾ ਘਟਦਾ ਗਿਆ, ਪਿਆਰ ਵੱਧਦਾ ਗਿਆ। ਉਹਨਾਂ ਨੇ ਸਾਰਾ ਕੁਝ ਹੀ ਵਿਸਾਰ ਦਿੱਤਾ ਵੀ ਇੱਥੇ ਕੋਈ ਰਾਖਸ਼ ਵੀ ਮਰਿਆ, ਕਿਸੇ ਦਾ ਬੰਦ ਵੀ ਹੋਇਆ। ਮੇਰੇ ਪ੍ਰੇਮ ਦੇ ਵਿੱਚ ਇੰਨੇ ਗਲਤਾਨ ਹੋ ਗਏ। ਭਗਤ ਵਛਲ ਪਾਰ ਬ੍ਰਹਮ ਸੁਆਮੀ, ਦੀਨ ਬੰਦ ਪ੍ਰਭ ਅੰਤਰ ਜਾਮੀ। ਮੇਰੇ ਬਚਨ ਸਨ ਤੂੰ ਅੰਤਰਜਾਮੀ ਹੈ, ਤੂੰ ਭਗਤ ਵਛਲ ਹੈ, ਤੂੰ ਤਨਸ਼ਵੰਦ ਹੈ, ਪਿਪਤਾ ਵਿੱਚ ਖੜਨ ਵਾਲਾ ਹੈ, ਆਪਣੇ ਪਿਆਰਿਆਂ ਦਾ ਬਿਰਦ ਰੱਖਣ ਵਾਲਾ ਹੈ, ਪੈਜ ਰੱਖਣ ਵਾਲਾ ਹੈ। ਕਹਿੰਦੇ ਮੈਂ ਪਿਆਰ ਦੀਆਂ ਬੇਨਤੀਆਂ ਕਰਦਾ ਰਿਹਾ। ਇਹ ਜੋ ਰੂਪ ਪ੍ਰਗਟ ਹੋਇਆ ਹੈ ਅਕਾਲ ਪੁਰਖ ਦਾ ਏ। ਬ੍ਰਹਮ ਗਿਆਨੀ ਵਾਸਤੇ ਨਾ ਇੱਕ ਕੀੜੀ ਵੀ ਰੱਬ ਹੈ। ਹਾਥੀ ਤੋਂ ਲੈ ਕੇ ਕੀੜੀ ਤੱਕ ਉਹਨੂੰ ਸਾਰਾ ਕਿਤੇ ਆਪਣਾ ਸੱਜਣ ਵਾਹਿਗੁਰੂ ਦਿਸਦਾ ਹੈ। ਗੈਰ ਲੱਗਦਾ ਹੀ ਕੋਈ ਨਹੀਂ ਉਹਦੀ ਸ੍ਰਿਸ਼ਟੀ ਦੇ ਵਿੱਚ। ਮੈਂ ਜਦ ਸਾਹਮਣੇ ਬੈਠ ਕੇ ਉਹਦੀ ਉਸਤਤ ਕੀਤੀ, ਮਹਿਮਾ ਗਾਈ। ਕਹਿੰਦੇ ਉਹ ਮੇਰੀ ਮਹਿਮਾ ਗਾ ਰਹੇ ਆ, ਮੇਰੇ ਵੱਲ ਵੇਖ ਰਹੇ ਆ, ਵੇਖ ਵੇਖ ਹੱਸਦੇ ਆ। ਕਹਿੰਦੇ ਹੌਲੀ 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 ਨਰਸਿੰਘ ਦੇ ਉੱਤੋਂ ਕ੍ਰੋਧ ਖਤਮ ਹੋਇਆ। ਉਹਨਾਂ ਮੁਖੜਾ ਸਾਫ਼ ਕੀਤਾ ਆਪਣਾ, ਜਿਨ੍ਹਾਂ ਦਾ ਬੱਬਰ ਸ਼ੇਰ ਵਰਗਾ ਚਿਹਰਾ,
ਬਿਲਕੁਲ ਸ਼ਾਂਤ ਹੋ ਕੇ ਸਿੰਘਾਸਣ ਤੇ ਬੈਠ ਗਏ। ਬ੍ਰਹਮਾਦਿਕ ਤੇ ਅਮਰ ਜਿਉਰਾ, ਸਕੈ ਨਾ ਭੇਦ ਲਖਤ ਤਬ ਥੋਰਾ। ਮੇਰੀ ਬੇਨਤੀ ਸੀ, ਤੁਹਾਡਾ ਭੇਦ ਬ੍ਰਹਮਾ ਨਹੀਂ ਜਾਣ ਸਕਦਾ, ਸ਼ਿਵ ਨਹੀਂ ਜਾਣ ਸਕਦਾ, ਤੁਸੀਂ ਤੇ ਅਲੱਗ ਹੋ। ਸਤਿਗੁਰ ਲਿਖਦੇ ਆ ਨਾ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਰੱਬ ਦਾ ਕੋਈ ਭੇਦ ਥੋੜਾ ਜਾਣਦਾ ਹੈ। ਬੇਸ਼ੱਕ ਨਰਸਿੰਘ ਵਿਸ਼ਨੂੰ ਦਾ ਰੂਪ ਹੈ, ਤੇ ਵਿਸ਼ਨੂੰ ਵੀ ਤੇ ਪਰਮਾਤਮਾ ਦਾ ਹੀ ਰੂਪ ਹੈ, ਉਹਦੇ ਵਿੱਚ ਹੈ। ਭਗਤ ਜੀ ਕਹਿੰਦੇ ਮੈਂ ਉਸ ਨਿਰੰਕਾਰ ਨੂੰ ਵੇਖ ਰਿਹਾ ਸੀ ਉਹਨਾਂ ਦੇ ਵਿੱਚ, ਜਿਹਨੇ ਮੇਰੀ ਲਾਜ ਰੱਖੀ ਆ ਕੇ। ਤੁਹਾਡਾ ਆਪਣਾ ਕੌਣ ਹੈ? ਤੁਸੀਂ ਡਿੱਗ ਰਹੇ ਹੋ, ਤੜਫ ਰਹੇ ਹੋ, ਰਿਸ਼ਤੇਦਾਰ ਤੁਹਾਡੇ ਬੜੇ ਆ, ਯਾਰ ਸੱਜਣ ਤੁਹਾਡੇ ਬੜੇ ਆ, ਪਰ ਮਰਦਿਆਂ ਨੂੰ ਤੁਹਾਡੇ ਮੂੰਹ 'ਚ ਜਿਹਨੇ ਪਾਣੀ ਪਾਇਆ ਹੈ, ਤੁਹਾਡਾ ਉਹ ਹੈ ਜਾਂ ਕਿਤੇ ਦੂਰ ਰਹਿਣ ਵਾਲਾ? ਸਿਰਫ ਉਹ ਹੈ ਤੁਹਾਡਾ ਜੋ ਤੁਹਾਡੇ ਬਾਰੇ ਸੋਚਦਾ ਹੈ। ਅੱਜ ਜੇ ਚੱਲ ਕੇ ਆਏ ਨੇ ਨਾ ਨਰਸਿੰਘ, ਸਿਰਫ ਤੇ ਸਿਰਫ ਭਗਤ ਪ੍ਰਹਿਲਾਦ ਲਈ ਆਏ ਨੇ। ਅਕਾਲ ਪੁਰਖ ਨੇ ਭੇਜਿਆ ਤਾਂ ਆਏ ਨੇ। ਜਦੋਂ ਨੇ ਕਿਰਪਾਨ ਮਾਰ ਕੇ ਆਖਿਆ ਨਾ ਥੰਮ ਦੇ ਵਿੱਚ ਵੀ ਤੇਰਾ ਰੱਬ ਇੱਥੇ ਹੈ, ਤੇਰਾ ਰਾਮਾ ਕਹਿੰਦੇ ਇੱਥੇ ਵੀ ਹੈ, ਤੇ ਪ੍ਰਗਟ ਵੀ ਹੋਇਆ। ਕਹਿੰਦੇ ਉਹ ਨਰਸਿੰਘ, ਉਹ ਅਕਾਲ ਪੁਰਖ ਦਾ ਰੂਪ। ਭਗਤ ਕਹਿੰਦੇ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ, ਮੇਰੇ ਨੇਤਰਾਂ ਦੇ ਸਾਹਮਣੇ ਬੈਠਾ ਸੀ, ਤੇ ਮੈਂ ਬੜੇ ਪਿਆਰ ਵਿੱਚ ਭਿੱਜ ਕੇ ਉਹਦੀ ਭਗਤੀ ਗਾਉਂਦਾ ਸੀ। ਇਹ ਬੇਅੰਤ ਸ਼ਤ ਵਿਦਿਆ ਪਰ, ਮੈਂ ਦਾਨਵ ਕੇ ਲੇਖੇ ਬਪਰਾ। ਮੈਂ ਬਾਰ-ਬਾਰ ਤਰਲੇ ਕਰਾਂ, ਬੇਨਤੀਆਂ ਕਰਾਂ, ਮੈਨੂੰ ਕਹਿੰਦੇ ਪ੍ਰਹਿਲਾਦ ਤੂੰ ਤਰਲੇ ਕਿਉਂ ਕਰਦਾ ਹੈ? ਮੈਂ ਰੋ ਕੇ ਆਖਿਆ ਬੇਸ਼ੱਕ ਮੈਂ ਭਗਤ ਹਾਂ ਤੁਹਾਡਾ, ਪਰ ਹਾਂ ਮੈਂ ਅੱਜ ਵੀ ਦੈਤਾਂ ਦਾ ਹੀ ਪੁੱਤ ਆਖੋ ਸਤਿਨਾਮ। ਇਹ ਤੇ ਕਲੰਕੀ ਆ ਨਾ ਸਿਰ ਤੇ, ਮੈਂ ਰਾਖਸ਼ਾਂ ਦਾ ਪੁੱਤ ਹਾਂ। ਇੱਕ ਚੰਗਾ ਬੰਦਾ ਹੋਵੇ ਨਾ, ਚੰਗਾ ਬੱਚਾ, ਉਹਦਾ ਪਿਓ ਹੋਵੇ ਸ਼ਰਾਬੀ, ਕਰਮ ਕਰਦਾ ਹੋਵੇ ਮਾੜੇ, ਪਰ ਬੱਚੇ ਵਿੱਚ ਕਮੀ ਕੋਈ ਨਹੀਂ, ਲਾਇਕ ਪੁੱਤ ਹੈ, ਇੱਜ਼ਤਦਾਰ ਹੈ, ਇਮਾਨਦਾਰ ਹੈ, ਉਹ ਤੁਰੇ ਜਾਂਦੇ ਨੂੰ ਲੋਕ ਫੇਰ ਕਹਿੰਦੇ ਕਹਿੰਦੇ ਗੱਲਾਂ ਮਾਰਦਾ, ਪਿਓ ਤਾਂ ਸ਼ਰਾਬੀ ਹੈ, ਉਹ ਤੇ ਡੱਬੀ ਰੱਖਦਾ, ਤੇ ਗਵਾਂਢੀ ਵੀ ਚੰਗਾ ਨਹੀਂ ਕਹਿੰਦੇ। ਕਿਤੇ ਨਾ ਕਿਤੇ ਉਹ ਫੀਲ ਕਰਦਾ ਹੈ, ਮਹਿਸੂਸ ਕਰਦਾ ਹੈ, ਕਾਸ਼ ਮੇਰਾ ਪਿਓ ਵੀ ਅੰਮ੍ਰਿਤਧਾਰੀ ਹੁੰਦਾ, ਮਹਿਸੂਸ ਕਰਦਾ ਹੈ। ਭਗਤ ਪ੍ਰਹਿਲਾਦ ਕਹਿੰਦੇ ਮੈਂ ਉਸ ਰੱਬ ਦੇ ਸਾਹਮਣੇ ਆਖਿਆ ਮੇਰਾ ਪਿਤਾ ਰਾਖਸ਼ ਦੈਂਗ ਸੀ, ਜਿਹਨੇ ਇਕੱਲਾ ਮੈਨੂੰ ਨਹੀਂ ਕਿਸੇ ਵੀ ਭਗਤੀ ਵਾਲੇ ਨੂੰ ਉਹਨੇ ਨਹੀਂ ਬਖਸ਼ਿਆ। ਕਿੰਨੇ ਪਾਪ ਉਹਨੇ ਕੀਤੇ, ਦੇਵੀ ਦੇਵਤੇ ਮਾਰ ਦਿੱਤੇ ਸੀ, ਧਰਤੀ ਤੇ ਧਰਮੀ ਲੋਕ ਮਾਰ ਦਿੱਤੇ ਸੀ, ਪੰਡਤ ਲੋਕ ਮਾਰ ਦਿੱਤੇ ਸੀ, ਰਿਸ਼ੀ ਨਹੀਂ ਛੱਡੇ, ਸਾਧੂ ਨਹੀਂ ਛੱਡੇ, ਕੋਈ ਸਭ ਖਤਮ ਕਰਤੇ ਵੀ ਕੋਈ ਵਿਸ਼ਨੂੰ ਦੀ ਰੱਬ ਦੀ ਭਗਤੀ ਨਾ ਕਰੇ। ਕਹਿੰਦੇ ਜੀ ਮੈਨੂੰ ਇਸ ਗੱਲ ਦਾ ਗਿਲਾ ਹੈ ਵੀ ਮੈਂ ਉਸ ਦੁਸ਼ਟ ਦਾ ਪੁੱਤ ਹਾਂ। ਉਹ ਦੁਸ਼ਟ ਸੀ ਤੇ ਸਤਿਗੁਰਾਂ ਵੀ ਲਿਖਿਆ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਕਰਾਇਆ, ਕਿਉਂਕਿ ਉਹਦਾ ਸੁਭਾਅ ਦੁਸ਼ਟਾਂ ਵਾਲਾ ਹੈ। ਪਰ ਭਗਤ ਪ੍ਰਹਿਲਾਦ ਇੱਕ ਨੰਨੀ ਕਲੀ ਹੈ, ਇੱਕ ਮਾਸੂਮ ਜਿਹੇ ਬੱਚੇ ਨੇ ਪਿਆਰੇ, ਪਰ ਫਿਰ ਵੀ ਉਹ ਅਹਿਸਾਸ ਕਰਦੇ ਨੇ ਰੱਬ ਦੇ ਸਾਹਮਣੇ ਬੈਠ ਕੇ, ਰੱਬਾ ਪਿਤਾ ਮੇਰਾ ਦੁਸ਼ਟ ਸੀ, ਉਹ ਪਾਪੀ ਸੀ, ਔਰ ਨਹੀਂ ਹੋਗਤ ਜਾਣੇ, ਨਿਸ਼ਚੈ ਮੈਂ ਇੱਕ ਰੀਤ ਪਛਾਨੇ। ਮੈਂ ਕੁਝ ਹੋਰ ਨਹੀਂ ਜਾਣਿਆ, ਸਿਰਫ ਇੰਨੀ ਰੀਤ ਜਾਣਦਾ ਵੀ ਤੂੰ ਸਦਾ ਹੀ ਸੱਚ ਹੈ, ਤੇਰੇ ਤੋਂ ਬਗੈਰ ਕੁਝ ਨਹੀਂ ਹੈ। ਮੇਰੇ ਪਿਤਾ ਦੇ ਰਾਜ ਤੋਂ ਪਹਿਲਾਂ ਵੀ ਤੂੰ ਸੀ, ਅੱਜ ਵੀ ਤੂੰ ਹੈ, ਤੇ ਸਦਾ ਤੁਸੀਂ ਹੀ ਰਹਿਣਾ ਹੈ। ਭਗਤ ਪ੍ਰਹਿਲਾਦ ਕਹਿੰਦੇ ਮੈਂ ਬਾਰ-ਬਾਰ ਬੇਨਤੀਆਂ ਕਰਾਂ ਨਰਸਿੰਘ ਦੇ ਸਾਹਮਣੇ, ਪਿਆਰ ਵਿੱਚ ਭਿੱਜ ਕੇ। ਤੇ ਭਗਤ ਪ੍ਰਹਿਲਾਦ ਬਾਰ-ਬਾਰ ਉਸ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਬੇਨਤੀ ਕਰਦੇ ਆ, ਤੇ ਪ੍ਰਭੂ ਜੀ ਨੇਤਰ ਭਰੇ ਆਏ,
ਮਨ ਵਿੱਚ ਵੈਰਾਗ ਆਇਆ। ਇੱਕ ਦੈਂਤ ਰਾਖਸ਼ ਦਾ ਪੁੱਤਰ ਹੋ ਕੇ ਵੀ ਅੰਦਰੋਂ ਇੰਨਾ ਕੋਮਲ ਹੈ। ਉਹਨੇ ਗਿਲਾ ਨਹੀਂ ਕੀਤਾ ਵੀ ਮੇਰੇ ਪਿਤਾ ਨੇ ਇੰਨਾ ਕੁਝ ਕੀਤਾ, ਅਤਿਆਚਾਰ ਕੀਤਾ, ਕਿਉਂ ਮਾਰਿਆ। ਉਹ ਤੇ ਰਾਜਾ ਸੀ, ਪਰ ਅਕਾਲ ਪੁਰਖ ਪਰਮਾਤਮਾ ਦੇ ਸਾਹਮਣੇ ਉਹ ਫੇਰ ਵੀ ਤਰਲੇ ਕਰਦੇ ਨੇ। ਇਹ ਪ੍ਰਕਾਰ ਨਹਿਰੀ ਜੋ ਆਪੋ ਕਰਹੁ ਭਗਤ ਭਿਖ ਕੈ ਦੁਖ ਖਾਪੋ। ਪਰਮਾਤਮਾ ਜੀ ਕਿਰਪਾ ਕਰਕੇ ਪ੍ਰਸੰਨ ਹੋਵੋ, ਤੁਰਠ ਜਾਓ, ਮੇਰੇ ਔਗਣਾ ਨੂੰ ਬਖਸ਼ ਲਓ, ਕਿਉਂਕਿ ਮੇਰੇ ਉੱਤੇ ਮੇਰੀ ਕੁੱਲ ਦਾ ਦਾਗ ਹੈ। ਪ੍ਰਭੂ ਜੀ ਸੀਸ ਹਿਲਾ ਕੇ ਆਖਣ ਲੱਗੇ, ਨਾ ਬੇਟਾ ਏਦਾਂ ਨਾ ਬੋਲ, ਕਿਉਂਕਿ ਭਗਤ ਪ੍ਰਹਿਲਾਦ ਉਸ ਚੀਜ਼ ਨੂੰ ਮਹਿਸੂਸ ਕਰ ਰਹੇ ਆ। ਬੰਦਾ ਉਦੋਂ ਬਖਸ਼ਿਆ ਜਾਂਦਾ ਜਦੋਂ ਆਪਣੇ ਗੁਨਾਹ ਨੂੰ ਮਹਿਸੂਸ ਕਰਦਾ ਹੈ। ਭਗਤ ਜੀ ਦਾ ਕੋਈ ਗੁਨਾਹ ਨਹੀਂ ਸੀ, ਨਾ ਹੁੰਦਿਆਂ ਵੀ ਉਹ ਮਾਫੀ ਮੰਗਦੇ ਨੇ। 10 ਗੁਣ ਸੰਜੁਤ ਜੋ ਦਿਜ ਹੋਈ ਭਗਤ ਬਹੀਨ ਪ੍ਰਸੀਦ ਨ ਕੋਈ। ਤੇ ਅਕਾਲ ਪੁਰਖ ਪਰਮਾਤਮਾ ਜੀ ਅੱਗੋਂ ਆਖਣ ਲੱਗੇ, ਪ੍ਰਹਿਲਾਦ ਮੈਂ ਸਿਰਫ ਇੱਕ ਚੀਜ਼ ਵੇਖ ਕੇ ਖੁਸ਼ ਹੁੰਦਾ। ਹੁਣ ਸਤਜੁਗ ਦਾ ਵੇਲਾ ਹੈ, ਉਸ ਵੇਲੇ ਦਾ ਜ਼ਿਕਰ ਕਰਦੇ ਆ। ਕਹਿੰਦੇ ਜਿਹਦੇ ਵਿੱਚ 10 ਗੁਣ ਹੋਣ, ਦੁਨੀਆ ਮੰਨਦੀ ਆ ਵੀ ਰੱਬ ਉਹਦੇ ਤੇ ਖੁਸ਼ ਹੁੰਦਾ ਹੈ। ਰੱਬ ਕਹਿੰਦੇ ਦੁਨੀਆ ਦਾ ਮੰਨਣਾ ਏ, ਮੇਰਾ ਮੰਨਣਾ ਨਹੀਂ ਹੈ। 10 ਗੁਣ ਅੱਜ ਦੇ ਸਮੇਂ ਵੀ ਨਾ, ਮਾਫ ਕਰਿਓ, ਕਿਸੇ ਧਰਮੀ ਦੇ ਵਿੱਚ ਨਹੀਂ ਪਾਏ ਜਾਂਦੇ। ਵੱਡੇ ਵੱਡੇ ਭਾਵੇਂ ਕੋਈ ਦਾਅਵੇ ਕਰੇ ਧਰਮੀ ਹੋਣ ਦੇ, ਜਿਹ 'ਚ 10 ਗੁਣ ਆ ਗਏ ਉਹ ਤੇ ਪੂਰਨ ਬ੍ਰਹਮ ਗਿਆਨੀ ਹੈ। ਭਗਤ ਪ੍ਰਹਿਲਾਦ ਕਹਿੰਦੇ ਮੈਨੂੰ ਉਸ ਨਰਸਿੰਘ ਪਰਮਾਤਮਾ ਨੇ ਆਪ ਆਖਿਆ ਵੀ ਜਿਹਦੇ ਵਿੱਚ 10 ਗੁਣ ਪਾਏ ਜਾਣ, ਮੈਨੂੰ ਉਹ ਚੰਗਾ ਵੀ ਲੱਗਦਾ ਹੈ, ਤੇ ਕਈ ਥਾਂ ਤੇ ਮੈਨੂੰ ਉਹ ਬੁਰਾ ਵੀ ਲੱਗਦਾ ਜਿਹਦੇ ਵਿੱਚ 10 ਗੁਣ ਹੋਣ। ਇੱਕ ਬਹੁਤ ਵੱਡਾ ਸਵਾਲ ਹੋ ਗਿਆ ਨਾ, ਵੀ ਨਾਲੇ ਕਹਿੰਦੇ ਚੰਗਾ ਲੱਗਦਾ ਹੈ, ਨਾਲੇ ਮਾੜਾ ਲੱਗਦਾ ਹੈ। ਇਹਦਾ ਕਾਰਨ ਕੀ ਹੈ? 10 ਗੁਣ ਹੀਨ ਜੇ ਅਹੈ ਚੰਡਾਲਾ ਪ੍ਰੇਮ ਭਗਤ ਮੇਹ ਮਗਨ ਬਿਸਾਲਾ। ਦੋ ਗੱਲਾਂ ਬਰਾਬਰ ਰੱਖ ਦਿੱਤੀਆਂ। 10 ਗੁਣ ਹੋਣ ਇੱਕ ਬ੍ਰਾਹਮਣ ਦੇ ਵਿੱਚ, ਕਿਉਂਕਿ ਉਦੋਂ ਨਾ ਕੋਈ ਮੁਸਲਮਾਨ ਸੀ, ਨਾ ਕੋਈ ਸਿੱਖ ਸੀ, ਨਾ ਕੋਈ ਬੋਧੀ ਸੀ। ਜੇ ਗੱਲ ਚੱਲਦੀ ਸੀ ਦੇਵੀ ਦੇਵਤਿਆਂ ਦੀ, ਇੱਕ ਬ੍ਰਾਹਮਣ ਤੱਕ ਆਉਂਦੀ ਸੀ, ਤੇ ਬ੍ਰਾਹਮਣ ਵੀ ਪੂਜਨੀਕ ਹੁੰਦੇ ਸੀ, ਸੁੱਚੇ ਜੀਵਨ ਵਾਲੇ। 10 ਗੁਣ ਇੱਕ ਬ੍ਰਾਹਮਣ ਵਿੱਚ ਹੋਣ, ਕਹਿੰਦੇ ਰੱਬ ਨੂੰ ਉਹ ਵੀ ਨਹੀਂ ਪਾਉਂਦਾ। ਤੇ ਇਹ 10 ਗੁਣ ਇੱਕ ਚੰਡਾਲ ਵਿੱਚ ਨਾ ਹੋਣ, ਕਹਿੰਦੇ ਰੱਬ ਨੂੰ ਉਹ ਚੰਡਾਲ ਵੀ ਚੰਗਾ ਲੱਗਦਾ ਹੈ, ਭਾਵੇਂ ਰਾਖਸ਼ ਕਿਉਂ ਨਾ ਹੋਵੇ। ਕਿਉਂ ਲੱਗਦਾ ਜੀ? ਕਿਉਂਕਿ 10 ਗੁਣਾਂ ਵਾਲਿਆਂ ਦੇ ਵਿੱਚ ਜੇ ਪਿਆਰ ਨਹੀਂ ਤੇ ਕਪਟੀ ਧਰਮੀ ਹੈ। ਜੇ ਪ੍ਰੇਮ ਨਹੀਂ, ਇੱਕ ਚੰਡਾਲ ਦੇ ਵਿੱਚ ਕੱਲਾ ਪ੍ਰੇਮ ਹੋਵੇ ਤੇ 10 ਗੁਣ ਨਾ ਹੋਣ, ਅਕਾਲ ਪੁਰਖ ਜੀ ਕਹਿੰਦੇ ਮੈਨੂੰ ਉਹ ਵੀ ਪਿਆਰਾ ਲੱਗਦਾ। ਪ੍ਰਹਿਲਾਦ ਤੂੰ ਬੇਸ਼ੱਕ ਰਾਖਸ਼ਾਂ ਦੀ ਕੁੱਲ ਚ ਜੰਮਿਆ ਏ, ਤੇਰੀ ਭਗਤੀ ਵੀ ਵੱਡੀ ਹੈ, ਪਰ ਤੇਰਾ ਪ੍ਰੇਮ ਵੇਖ ਮੈਂ ਤੈਨੂੰ ਸਜਦਾ ਕਰਦਾ। ਆਖੋ ਸਤਨਾਮ। ਪ੍ਰੇਮ ਤੋਂ ਵੱਡਾ ਕੋਈ ਧਰਮ ਨਹੀਂ ਹੈ। ਜੇ ਸਾਡੇ 'ਚ ਕੱਲੀ ਕੱਟੜਤਾ ਹੋਵੇ ਨਾ ਜੀ, ਅੰਦਰ ਪ੍ਰੇਮ ਨਹੀਂ ਹੈ, ਕਿਸੇ ਸਿੱਖ ਲਈ ਪ੍ਰੇਮ ਨਹੀਂ, ਕਿਸੇ ਗਰੀਬ ਲਈ ਪ੍ਰੇਮ ਨਹੀਂ, ਕਿਸੇ ਜੀਵ ਜੰਤੂ ਲਈ ਪ੍ਰੇਮ ਲਈ ਨਹੀਂ, ਸਤ ਸੰਗ ਲਈ ਪ੍ਰੇਮ ਨਹੀਂ, ਮਾਫ ਕਰਿਓ, ਜੋ ਮਰਜ਼ੀ ਸਾਡੇ ਕੋਲ ਹੋਵੇ ਦਿਸਦਾ ਧਰਮ ਕਰਕੇ ਸਭ ਅਡੰਬਰ ਹੈ, ਸਭ ਦਿਖਾਵਾ ਹੈ। ਕਿਉਂਕਿ ਸਤਿਗੁਰਾਂ ਤੇ ਸਪਸ਼ਟ ਕਸਵੱਟੀ ਦੇ ਦਿੱਤੀ, ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਰੱਬ ਮਿਲਦਾ ਪ੍ਰੇਮ ਨਾਲ ਹੈ, ਛਲ ਕਪਟ ਦਿਖਾਵਿਆਂ ਨਾਲ ਨਹੀਂ। ਇਸੇ ਕਰਕੇ ਕਹਿ ਦਿੱਤਾ, ਇੱਕ ਪੰਡਤ ਵਿੱਚ 10 ਗੁਣ ਹੋਣ ਤੇ ਪ੍ਰੇਮ ਨਾ ਹੋਵੇ, ਰੱਬ ਕਹਿੰਦਾ ਮੈਂ ਕਦੇ ਨਹੀਂ ਮਿਲਦਾ। ਇੱਕ ਚੰਡਾਲ ਵਿੱਚ ਜੋ ਲੋਕਾਂ ਨੂੰ ਮਾਰਦਾ ਹੋਵੇ, ਵੱਧ ਕਰਦਾ ਹੋਵੇ, ਉਹਦੇ ਅੰਦਰ ਵੀ ਪਿਆਰ ਆ ਜੇ ਤੇ 10 ਗੁਣ ਨਾ ਹੋਣ ਤਾਂ ਵੀ ਰੱਬ ਦੀ ਪ੍ਰਾਪਤੀ ਹੁੰਦੀ ਹੈ। ਇਹ ਸਮ ਤੁਮਕੋ ਅਪਰ ਨ ਪਿਆਰਾ ਇਹ ਨਿਰਣੈ ਮੈਂ ਜਿਦੈ ਵਿਚਾਰਾ। ਭਗਤ ਜੀ ਕਹਿੰਦੇ ਰੱਬਾ ਮੈਂ ਵੀ ਇਹ ਨਿਰਣਾ ਕੀਤਾ ਹੈ ਵੀ ਤੈਨੂੰ ਪ੍ਰੇਮ ਵਾਲਿਆਂ ਤੋਂ ਵੱਧ ਕੁਝ ਹੋਰ ਪਿਆਰਾ ਹੀ ਨਹੀਂ। ਆਖੋ ਸਤਨਾਮ। ਕੁਝ ਵੀ ਪਿਆਰਾ ਨਹੀਂ। ਜੇ ਹੁਣ ਆਪਾਂ ਭਗਤਾਂ ਦਾ ਜੀਵਨ ਪੜ੍ਹੀਏ, ਗੱਲ ਸਿੱਖਣ ਵਾਲੀ ਹੈ।
ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪੰਥ ਸਾਜਿਆ ਨਾ, ਸਾਨੂੰ ਸਿੱਖ ਬਣਾਇਆ ਹੈ, ਦੱਬੇ ਕੁਚਲੇ ਲੋਕਾਂ ਨੂੰ। ਹੁਣ ਭਗਤਾਂ ਦਾ ਜਿਹੜਾ ਜੀਵਨ ਹੈ, ਭਗਤ ਫਰੀਦ ਜੀ, ਕਬੀਰ ਜੀ, ਪੀਪਾ ਜੀ, ਸੈਣ ਜੀ, ਜਿੰਨੇ ਵੀ ਹੋਏ, ਉਹਨਾਂ ਦੇ ਜੀਵਨ ਵਿੱਚ ਜੇ ਵਡੱਪਣ ਆਇਆ ਤੇ ਪ੍ਰੇਮ ਕਰਕੇ ਆਇਆ। ਭਗਤ ਨਾਮਦੇਵ ਜੀ ਦਾ ਜੀਵਨ ਪੜ੍ਹੋ, ਕਿਸੇ ਵੀ ਸਾਧੂ ਭਗਤ ਦਾ ਪੜ੍ਹ ਕੇ ਵੇਖੋ, ਗੱਲ ਪ੍ਰੇਮ ਦੀ ਹੈ। ਸਤਿਗੁਰਾਂ ਇਹੀ ਸਿੱਖ ਨੂੰ ਸਿਖਾਇਆ, ਸਿਖਾ ਤੇਰਾ ਜੀਵਨ ਤਾਂ ਮਹਾਨ ਹੈ, ਤੂੰ ਕੱਟੜਤਾ ਕਰਕੇ ਮਹਾਨ ਨਹੀਂ ਵੀ ਮੈਂ ਤੇ ਸਵੇਰੇ ਉੱਠ ਕੇ ਰੋਜ਼ ਨਹਾਉਣਾ ਜੀ, ਮੇਰਾ ਕੋਈ ਕੀ ਵਿਗਾੜ ਸਕਦਾ। ਨਹੀਂ, ਪ੍ਰੇਮ ਹੋਣਾ ਚਾਹੀਦਾ ਅੰਦਰ। ਇਹਦਾ ਮਤਲਬ ਇਹ ਨਹੀਂ ਵੀ ਕੱਲਾ ਪ੍ਰੇਮ ਹੋਵੇ ਤੇ ਨਹਾਉਣ ਦੀ ਲੋੜ ਨਹੀਂ। ਮਰਿਆਦਾ ਦੇ ਨਾਲ ਗੁਰੂ ਸਾਹਿਬ ਕਹਿੰਦੇ ਸਿੱਖਾ ਪ੍ਰੇਮ ਰੱਖੀ ਜੀਵਨ ਦੇ ਵਿੱਚ, ਐਸਾ ਪ੍ਰੇਮ ਤੇਰਾ ਹੋਵੇ ਨਿਰੰਕਾਰ ਤੇਰੇ ਲਈ ਆਪ ਘੁੰਮੇਗਾ, ਆਪ ਫਿਰੇਗਾ ਤੇਰੇ ਅੱਗੇ ਪਿੱਛੇ। ਭਗਤ ਪ੍ਰਹਿਲਾਦ ਕਹਿੰਦੇ ਉਸ ਵਾਹਿਗੁਰੂ ਪਰਮਾਤਮਾ ਦੇ ਸਨਮੁਖ ਮੈਂ ਬੇਨਤੀ ਕੀਤੀ, ਰੱਬਾ ਤੇਰੇ ਪ੍ਰੇਮ ਕਰਕੇ ਅੱਜ ਮੈਂ ਇੱਥੇ ਬੈਠਾ ਹਾਂ। ਦੋਹਰਾ ਜਗ ਦਾਨ ਤਪ ਧਰਮ ਸਤ ਸਮ ਦਮ ਧੀਰਜਵੰਤ। ਉਹ ਗੁਣ ਕਿਹੜੇ ਨੇ? ਜਪ, ਤਪ, ਦਾਨ, ਧਰਮ, ਸਮ ਅਤੇ ਦਮ, ਇਹ ਉਹ ਗੁਣ ਨੇ। ਸਮ ਹੁੰਦਾ ਮਨ ਨੂੰ ਰੋਕਣਾ ਤੇ ਦਮ ਹੁੰਦਾ ਇੰਦਰੀਆਂ ਨੂੰ ਰੋਕ ਲੈਣਾ, ਕਰਮ ਇੰਦਰੇ ਰੋਕ ਲੈਣੇ। ਨਿਮਰਤਾ ਰੱਖਣੀ, ਦਾਨ ਕਰਨਾ, ਤਪੱਸਿਆ ਕਰਨੀ, ਯੱਗ ਕਰਨਾ, ਇਹ 10 ਗੁਣ ਮੰਨੇ ਜਾਂਦੇ ਨੇ ਸੰਸਾਰ ਦੇ ਵਿੱਚ। ਜੇ ਇੱਕ ਧਰਮੀ ਬੰਦੇ ਵਿੱਚ ਹੋਣ ਤੇ ਉਹਨੂੰ ਸਮਾਜ ਧਰਮੀ ਮੰਨਦਾ। ਇਕੱਲੇ ਗੁਣ ਨਹੀਂ, ਗੁਣਾਂ ਦੇ ਨਾਲ ਪਿਆਰ ਵੀ ਹੋਣਾ ਚਾਹੀਦਾ, ਪ੍ਰੇਮ ਵੀ ਹੋਣਾ ਚਾਹੀਦਾ। ਬਾਣੀ ਲਿਖ ਰਹੀ ਹੈ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ, ਜੇ ਗੁਣ ਹੋਵਨ ਸਾਜਨਾ ਬਿਨ ਸਾਂਝ ਕਰੀ ਜੈ। ਸਤਿਗੁਰ ਕਹਿੰਦੇ ਭਾਈ ਦੁਸ਼ਮਣ ਵਿੱਚ ਵੀ ਗੁਣ ਹੋਣ ਉਹਦੀ ਸਾਂਝ ਪਾ ਲਓ, ਪਰ ਇਕੱਲੇ ਗੁਣ ਵੀ ਨਾ ਰੱਖਿਓ, ਪ੍ਰੇਮ ਵੀ ਰੱਖ ਲਿਓ। ਕਿਤੇ ਗੁਣਾਂ ਦੀ ਕੱਟੜਤਾ ਕੋਲੇ ਰਹਿ ਜੇ ਫਿਰ ਆ ਹਾਲ ਪੰਡਤ ਵਾਲਾ ਹੋਣਾ। ਭਗਤ ਜੀ ਕਹਿੰਦੇ ਮੈਂ ਉਸ ਪਰਮਾਤਮਾ ਦੇ ਨਾਲ ਆਮੋ ਸਾਹਮਣੇ ਬਹਿ ਕੇ ਗੱਲਬਾਤ ਕਰ ਰਹੇ ਵੀ ਰੱਬਾ ਜਿਨ੍ਹਾਂ ਜਿਨ੍ਹਾਂ ਵਿੱਚ ਇਹ 10 ਗੁਣ ਪਾਏ ਜਾਂਦੇ ਨੇ, ਸੁਣਿਆ ਉਹ ਮਹਾਨ ਹੁੰਦੇ ਨੇ। ਸਹਿਨਸ਼ੀਲ ਮਤ ਸਰ ਰਹਿਤ। ਸਹਿਨਸ਼ੀਲਤਾ ਰੱਖਣੀ ਸਭ ਤੋਂ ਵੱਡਾ ਗੁਣ ਹੈ। ਤੇ ਅਗਲਾ ਗੁਣ ਕਿਹੜਾ ਹੈ? 10ਵਾਂ, ਉਹ ਹੈ ਮਤ ਸਰ ਰਹਿਤ। ਮਤ ਸਰ ਨਾਮ ਹੈ ਈਰਖਾ ਦਾ। ਈਰਖਾ ਤੋਂ ਰਹਿਤ ਹੋਣਾ ਇਹ ਰੱਬ ਦਾ ਵੱਡਾ ਗੁਣ ਹੈ। ਤੇ ਮਾਫ ਕਰਿਓ, ਸਭ ਤੋਂ ਵੱਧ ਈਰਖਾ ਧਾਰਮਿਕ ਲੋਕਾਂ ਵਿੱਚ ਪਾਈ ਜਾਂਦੀ ਹੈ। ਨਿੱਜੀ ਤਜਰਬਾ ਹੈ, ਰਾਜਨੀਤੀ 'ਚ ਇੰਨੀ ਈਰਖਾ ਨਹੀਂ ਹੈ, ਸਮਾਜਿਕ ਸੇਵਾ ਵਿੱਚ ਇੰਨੀ ਈਰਖਾ ਨਹੀਂ ਹੈ। ਧਰਮ ਦੀ ਦੁਨੀਆ 'ਚ ਜਿਉਂ ਪੈਰ ਰੱਖੋਗੇ ਨਾ ਕਿ ਮੰਦਰ ਵੜ ਜਾਓ, ਗੁਰਦੁਆਰੇ ਆ ਜਾਓ, ਚਰਚ ਚਲੇ ਜਾਓ, ਜਾਂ ਇਸਲਾਮ ਦੇ ਕਿਸੇ ਥਾਂ ਤੇ ਚਲੇ ਜਾਓ, ਬੰਦੇ ਨਾਲ ਬੰਦਾ ਹੀ ਈਰਖਾ ਕਰੀ ਜਾਂਦਾ। ਸਾਡਾ ਇਹ ਕੀ ਹੈ? ਸਭ ਤੋਂ ਵੱਡਾ ਪਾਪ ਹੈ ਈਰਖਾ। ਕਹਿੰਦੇ ਜਿਹਨੇ ਈਰਖਾ ਤਿਆਗ ਦਿੱਤੀ, ਰੱਬ ਮਿਲਦਾ ਹੀ ਉਹਨੂੰ ਹੈ, ਪ੍ਰਾਪਤ ਹੁੰਦਾ ਹੀ ਉਹਨੂੰ ਹੈ। ਇੱਕ ਸਹਿਨਸ਼ੀਲਤਾ 9ਵਾਂ ਗੁਣ ਹੈ। 10ਵਾਂ ਕਹਿੰਦੇ ਈਰਖਾ ਨੂੰ ਛੱਡ ਦੇਣਾ। ਜਦ ਜਦ ਕਹਿੰਦੇ ਕਿਸੇ ਨੇ ਈਰਖਾ ਤਿਆਗੀ ਹੈ, ਮਿਲਿਆ ਹੀ ਉਦੋਂ ਹੈ। ਭਗਤੀ ਤੇ ਹਰਨਾਕਸ਼ ਦੀ ਬਹੁਤ ਸੀ, ਪਰ ਅੰਦਰ ਕੀ ਸੀ ਉਹਦੇ? ਈਰਖਾ। ਕਿਹਦੇ ਲਈ? ਮੈਂ ਵਿਸ਼ਨੂੰ ਮਾਰ ਦੇਣਾ ਹੈ, ਵਿਸ਼ਨੂੰ ਨੂੰ ਛੱਡਣਾ ਨਹੀਂ, ਉਹਦਾ ਭਗਤ ਨਹੀਂ ਛੱਡਣਾ। ਈਰਖਾ ਕਹਿੰਦੀ ਹੈ ਤੂੰ ਕੱਲਾ ਹੀ ਚੰਗਾ ਹੈ, ਬਾਕੀ ਸਾਰੇ ਮਾੜੇ ਆ। ਈਰਖਾ ਇਹ ਸਿਖਾਉਂਦੀ ਹੈ। ਪਰ ਕਹਿੰਦੇ ਧਰਮੀ ਬੰਦਾ ਈਰਖਾ ਕਰਦਾ ਹੀ ਨਹੀਂ, ਉਹਦਾ ਕਿਸੇ ਨਾਲ ਵੈਰ ਵਿਰੋਧ ਕੋਈ ਨਹੀਂ, ਉਹ ਸਹਿਨਸ਼ੀਲਤਾ ਰੱਖਦਾ ਏ। 10 ਗੁਣ ਇਹੀ ਗਨੰਤ ਚੋਪਈ ਦਿਜ ਕੁਲ ਮਾਨ ਭਰੇ ਔਰ ਪਾਰੇ ਭਗਤਹੀਨ ਗੁਣ ਅਗਿਆਨ ਹਾਰੇ। ਕਹਿੰਦੇ ਇਹ ਸਾਰੇ ਗੁਣ ਇੱਕ ਪੰਡਤ ਵਿੱਚ ਹੋਣ ਤੇ ਲੋਕੀ ਉਸ ਪੰਡਤ ਨੂੰ ਟੇਕਦੇ ਹੋਣ ਮੱਥੇ। ਵਿੱਚ ਤੇ ਗੁਣ ਬੜੇ ਆ, ਪਰ ਕਹਿੰਦੇ ਜੇ ਅੰਦਰ ਪ੍ਰੇਮ ਦਾ ਗੁਣ ਨਹੀਂ ਤੇ ਉਹ ਪੰਡਤ ਇੰਨੇ ਗੁਣ ਪਾ ਕੇ ਵੀ ਅਗਿਆਨੀ ਹੈ, ਕੁਛ ਵੀ ਨਹੀਂ ਕੋਲੇ। ਕਿਉਂਕਿ ਰੱਬ ਦੀ ਬੋਲੀ ਪ੍ਰੇਮ ਹੈ। ਕੋਈ ਵੀ ਹੋਵੇ, ਕੋਈ ਕਿਸੇ ਧਰਮ ਨਾਲ ਜੁੜਿਆ, ਜਾਤ ਨਾਲ ਜੁੜਿਆ, ਦੇਸ਼ ਨਾਲ ਜੁੜਿਆ, ਰੱਬ ਨੂੰ ਜਦ ਵੀ ਕਿਸੇ ਨੇ ਆਵਾਜ਼ ਮਾਰੀ ਨਾ, ਭਾਵੇਂ ਕਿਸੇ ਜੀਵ ਜੰਤੂ ਨੇ ਵੀ ਆਵਾਜ਼ ਮਾਰੀ ਹੈ ਤੇ ਉਹ ਸੁਣ ਕੇ ਆਇਆ।
ਪ੍ਰੇਮ ਦੀ ਬੋਲੀ ਸਭ ਤੋਂ ਵੱਡੀ ਬੋਲੀ ਹੈ। ਤੁਸੀਂ ਕਿਸੇ ਕੰਟਰੀ ਚਲੇ ਜਾਓ, ਤੁਹਾਨੂੰ ਕਿਸੇ ਦੀ ਬੋਲੀ ਬੋਲਣੀ ਨਹੀਂ ਆਉਂਦੀ, ਪਰ ਤੁਹਾਡੇ ਪਿਆਰ ਤੇ ਪ੍ਰੇਮ ਦੀ ਜਿਹੜੀ ਭਾਸ਼ਾ ਨਾ, ਸਾਹਮਣੇ ਵਾਲਾ ਬੰਦਾ ਸਮਝਦਾ ਵੀ ਇਹ ਕੀ ਕਹਿਣਾ ਚਾਹੁੰਦਾ ਤੇ ਕਿੱਥੇ ਜਾਣਾ ਚਾਹੁੰਦਾ, ਇਹਦੇ ਦਿਲ ਵਿੱਚ ਕੀ ਹੈ। ਇਹਦੇ ਲਈ ਕੋਈ PhD ਕਰਨੀ ਨਹੀਂ ਪੈਂਦੀ। ਭਗਤ ਜੀ ਕਹਿੰਦੇ ਅਕਾਲ ਪੁਰਖ ਨਿਰੰਕਾਰ ਨੇ ਮੈਨੂੰ ਇਹ ਸਪਸ਼ਟ ਉਪਦੇਸ਼ ਦਿੱਤਾ ਵੀ ਪ੍ਰਹਿਲਾਦ 10 ਗੁਣ ਵੱਡੇ ਨਹੀਂ, 10 ਗੁਣਾਂ ਵਾਲਾ ਜੇ ਅੰਦਰ ਪ੍ਰੇਮ ਰੱਖਦਾ ਏ ਉਹ ਸ੍ਰਿਸ਼ਟੀ ਦਾ ਮਾਲਕ ਹੁੰਦਾ ਏ। ਨੀਚ ਜਾਤ ਤਜ ਕਰ ਮਨ ਮਨ, ਤੁਮਰੀ ਸੇਵਹਿ ਚਰਨ ਮਹਾਨਾ। ਪਰ ਜੇ ਕੋਈ ਨੀਚ ਜਾਤ ਵਿੱਚ ਆ ਕੇ ਤੇਰੇ ਚਰਨਾਂ ਦੀ ਸੇਵਾ ਕਰੇ, ਪ੍ਰਭੂ ਜੀ ਹੱਸ ਕੇ ਕਹਿੰਦੇ ਫਿਰ ਕੀ ਹੋਇਆ? ਕਹਿੰਦੇ ਨੀਚ ਜਾਤ ਵਾਲਿਆਂ ਅੰਦਰ ਮੈਂ ਇੱਕ ਵੱਡਾ ਗੁਣ ਵੇਖਦਾ, ਜੀ ਉਹ ਪਿਆਰ ਕਰਦੇ ਆ, ਮੈਂ ਕਦੇ ਨਹੀਂ ਵੇਖਿਆ ਉਹਦੀ ਜਾਤ ਕੀ ਹੈ। ਇਹ ਬਿਲਕੁਲ ਸੱਚ ਹੈ। ਭਗਤ ਰਵਿਦਾਸ ਲੋਕੀ ਨੀਚ ਜਾਤ ਕਹਿੰਦੇ ਸੀ, ਲੋਕੀ ਚਮਾਰ ਕਹਿੰਦੇ ਸੀ, ਸ਼ੂਦਰ ਕਹਿੰਦੇ ਸੀ, ਪਰ ਰੱਬ ਨੇ ਤੇ ਕਦੇ ਜਾਤ ਨਹੀਂ ਵੇਖੀ। ਪੰਡਤਾਂ ਨੇ ਜਾਤ ਵੇਖੀ ਉਹਨਾਂ ਨੂੰ, ਉਹ ਮੰਦਿਰਾਂ 'ਚ ਨਹੀਂ ਆਉਣ ਦਿੰਦੇ ਸੀ। ਪਰ ਪਰਮੇਸ਼ਵਰ ਜਦ ਮਿਲਿਆ, ਉਹਨਾਂ ਦੀ ਦੁਕਾਨ ਵਿੱਚ ਬੈਠਾ ਰਹਿੰਦਾ ਸੀ, ਪ੍ਰਭੂ ਆਪ ਆਉਂਦਾ ਸੀ, ਆਪ ਮਿਲਦਾ ਸੀ ਆਪਣੇ ਪਿਆਰੇ ਨੂੰ ਆ ਕੇ। ਉਹਨੇ ਕਦੇ ਨਹੀਂ ਵੇਖਿਆ ਤੇ ਜੁੱਤੀਆਂ ਪਈਆਂ ਨੇ, ਉਹ ਇਹ ਵੇਖਦਾ ਸੀ ਇਹਦੇ ਅੰਦਰ ਪ੍ਰੇਮ ਹੈ, ਕਿਉਂਕਿ ਉਹ ਜਦ ਜਦ ਮਿਲਦਾ, ਜਿਹਨੂੰ ਜਿਹਨੂੰ ਮਿਲਦਾ ਹੈ ਪ੍ਰੇਮ ਦੇ ਤਲ ਤੇ ਮਿਲਦਾ ਏ। ਇਹ ਬਚਨ ਭਗਤ ਪ੍ਰਹਿਲਾਦ ਨੂੰ ਪ੍ਰਭੂ ਜੀ ਤਾਂ ਸੁਣਾਉਂਦੇ ਆ ਵੀ ਕਿਤੇ ਇਹਨਾਂ ਦੇ ਮਨ 'ਚ ਝੂਰਾ ਨਾ ਰਵੇ ਮੇਰਾ ਪਿਤਾ ਰਾਖਸ਼ ਸੀ, ਮੈਂ ਰਾਖਸ਼ਾਂ ਦੀ ਕੁੱਲ ਵਿੱਚ ਆਇਆ, ਕਿਤੇ ਉਹ ਦਾਗ ਮੇਰੇ ਤੇ ਲੱਗਿਆ ਰਹੇ ਨਾ। ਹੋ ਪਾਵਨ ਹੈਵ ਕਰ ਸਰਬੰਗਾ, ਔਰਨ ਕੀਰ ਕਰੈ ਅਗ ਭੰਗਾ। ਕਹਿੰਦੇ ਜੇ ਇੱਕ ਚੰਡਾਲ ਦੇ ਵਿੱਚ ਪ੍ਰੇਮ ਹੋਵੇ ਤੇ ਗੁਣ ਕੋਈ ਨਾ ਹੋਵੇ, ਰੱਬ ਨੂੰ ਉਹ ਵੀ ਪਿਆਰਾ ਲੱਗਦਾ ਹੈ, ਉਹ ਵੀ ਪਿਆਰਾ ਲੱਗਦਾ ਹੈ। ਪਰ ਕਹਿੰਦੇ ਇੱਕ ਬ੍ਰਾਹਮਣ ਦੇ ਵਿੱਚ 10 ਗੁਣ ਹੋਣ ਪਰ ਪ੍ਰੇਮ ਨਾ ਹੋਵੇ, ਅੱਜ ਦੇ ਸਮੇਂ ਸਾਧ ਲਾ ਲਓ, ਫਕੀਰ ਲਾ ਲਓ, ਧਰਮੀ ਲਾ ਲਓ, ਕਹਿੰਦੇ ਸਾਰੇ ਗੁਣ ਨੇ ਪਰ ਅੰਦਰੋਂ ਪਿਆਰ ਤੋਂ ਖਾਲੀ ਹੈ, ਕੁਛ ਵੀ ਕੋਲੇ ਨਹੀਂ। ਗੁਰਬਾਣੀ ਆਪਾਂ ਪੜ੍ਹਦੇ ਹਾਂ, ਸਾਰੀ ਗੁਰਬਾਣੀ ਪ੍ਰੇਮ ਦੇ ਆਧਾਰਿਤ ਹੈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿ ਕੀ ਨਿਆਈ। ਜਿੰਨੇ ਪ੍ਰਮਾਣ ਸਤਿਗੁਰਾਂ ਦੀ ਬਾਣੀ ਵਿੱਚ ਤੁਹਾਨੂੰ ਮਿਲਣਗੇ, ਪ੍ਰੇਮ ਦੇ ਪਰਥਾਏ ਮਿਲਣਗੇ। ਪ੍ਰੇਮ ਕਰਨਾ ਹੈ ਰੱਬ ਨਾਲ, ਪ੍ਰੇਮ ਕਰਨਾ ਹੈ ਉਹਦੀ ਮਨੁੱਖਤਾ ਨਾਲ। ਅੱਜ ਸਾਡਾ ਇੱਕੋ ਤਰੀਕਾ ਹੈ, ਅਸੀਂ ਧਰਮ ਨੂੰ ਤੇ ਆਪਣੇ ਨੂੰ ਪਿਆਰ ਕਰਦੇ ਹਾਂ, ਦੂਜਾ ਧਰਮ ਸਾਨੂੰ ਜ਼ਹਿਰ ਲੱਗਦਾ ਹੈ। ਰੱਬ ਦੀ ਬਣਾਈ ਕੁਦਰਤ ਤੇ ਰੱਬ ਦਾ ਬਣਾਇਆ ਬੰਦਾ ਸਾਨੂੰ ਚੰਗਾ ਨਹੀਂ ਲੱਗਦਾ, ਪਰ ਰੱਬ ਸਾਨੂੰ ਬੜਾ ਪਿਆਰਾ ਲੱਗਦਾ। ਕਿੱਥੇ ਮਿਲੇਗਾ ਉਹ? ਕਦੇ ਵੀ ਨਹੀਂ ਮਿਲਣਾ। ਜਿੱਦਣ ਉਹ ਪ੍ਰਭੂ ਪਿਆਰੇ ਦੀ ਬਣਾਈ ਹੋਈ ਉਤਪਤੀ, ਉਹਦੀ ਦੁਨੀਆ ਸਭ ਚੰਗੀ ਦਿਸਣ ਲੱਗ ਪਈ ਨਾ, ਸਮਝ ਲਾ ਤੈਨੂੰ ਸਾਰਿਆਂ 'ਚ ਹੀ ਨਜ਼ਰ ਆਉਣ ਲੱਗ ਪਿਆ। ਆਖੋ ਸਤਿਨਾਮ। ਉਹ ਨਜ਼ਰ ਉਦੋਂ ਆਏਗਾ, ਪਰ ਰੱਬ ਚੰਗਾ ਲੱਗਦਾ ਹੈ, ਰੱਬ ਦਾ ਨਾਮ ਚੰਗਾ ਲੱਗਦਾ ਹੈ। ਕੋਈ ਸਾਨੂੰ ਆਖੇ ਅੱਲਾਹੂ ਅਕਬਰ ਬੋਲ, ਉਸੇ ਵੇਲੇ ਮਰਨ ਹੋ ਜਾਣਾ। ਓਏ ਮੈਂ ਕਿਉਂ ਬੋਲਾਂ, ਇਹ ਤੇ ਤੇਰਾ ਅੱਲਾ ਹੈ। ਨਹੀਂ, ਜਿੱਦਣ ਸਮਝ ਆ ਗਈ, ਜਿਸ ਦਿਨ ਗਿਆਨ ਅੰਦਰ ਹੋ ਗਿਆ, ਕਹਿੰਦੇ ਉਦਣ ਇਹ ਮਨੁੱਖ ਮਹਾਨ ਹੋ ਜਾਏਗਾ। ਇਹ ਨੋਕ ਝੋਕ ਆਪਸ ਵਿੱਚ ਨਰ ਸਿੰਘ ਜੀ ਤੇ ਭਗਤ ਪ੍ਰਹਿਲਾਦ ਵਿੱਚ ਚੱਲ ਰਹੀ ਹੈ, ਤੇ ਜਿੰਨੇ ਦੇਵੀ ਦੇਵਤੇ ਸੀ ਕੋਲ ਬੈਠੇ ਸੁਣਦੇ ਹਨ। ਸੁਣ ਮਮ ਬਿਨਤੀ ਤ੍ਰੈ ਭਵਨ ਸਾਈ, ਸ਼ਾਂਤ ਰੋਸ ਕਰ ਗਿਰਾ ਆਲਾਈ। ਮੇਰੇ ਨਾਲ ਪ੍ਰੇਮ ਦੀਆਂ ਗੱਲਾਂ ਕਰਦੇ ਕਰਦੇ ਉਹ ਪ੍ਰਭੂ ਜੀ ਆਪ ਪਰਮਾਤਮਾ ਦਾ ਰੂਪ ਨਰ ਸਿੰਘ ਸ਼ਾਂਤ ਹੋ ਗਏ, ਬਿਲਕੁਲ ਸ਼ਾਂਤ, ਆਨੰਦ 'ਚ ਬੈਠੇ ਆ, ਪਿਆਰ 'ਚ ਬੈਠੇ ਆ, ਡੋਲਦੇ ਨਹੀਂ, ਗਰਜਦੇ ਨਹੀਂ, ਆਲਾ ਦੁਆਲਾ ਨਹੀਂ ਵੇਖਦੇ। ਕਹਿੰਦੇ ਮੇਰੀਆਂ ਗੱਲਾਂ ਵਿੱਚ ਇੰਨੇ ਮਗਨ ਹੋ ਗਏ। ਕਿਉਂ ਹੋਏ? ਕਿਉਂਕਿ ਪ੍ਰਹਿਲਾਦ ਦੀਆਂ ਗੱਲਾਂ ਵਿੱਚ ਵੀ ਪ੍ਰੇਮ ਹੈ, ਭਾਵਨਾ ਹੈ। ਪ੍ਰਹਿਲਾਦ ਜੀ ਕਹਿੰਦੇ ਜਦੋਂ ਮੈਂ ਹੇਠਾਂ ਬੈਠਾ ਸੀ ਤੇ ਮੈਨੂੰ ਉਹਨਾਂ ਇਸ਼ਾਰਾ ਕੀਤਾ ਵੀ ਤੂੰ ਤਖਤ ਤੇ ਬੈਠ। ਮੈਂ ਕਿਹਾ ਨਹੀਂ ਪਰਮਾਤਮਾ, ਮੈਂ ਤੇਰੇ ਚਰਨਾਂ ਵਿੱਚ ਹੀ ਖੁਸ਼ ਹਾਂ, ਮੈਨੂੰ ਇੱਥੇ ਹੀ ਰੱਖਿਓ। ਆਹੋ ਪ੍ਰਹਿਲਾਦ ਭਗਤ ਤੂੰ ਪੂਰਾ, ਕੋ ਬਿਦਤੇ ਹੋਏ ਨਾਉਰਾ। ਤੇ ਫੇਰ ਉਸ ਪ੍ਰਮਾਤਮਾ ਪਿਆਰੇ ਨੇ ਇੱਕ ਬਚਨ ਆਖਿਆ, ਕਹਿੰਦੇ ਹੇ ਪ੍ਰਹਿਲਾਦ ਤੂੰ ਮੇਰਾ ਪੂਰਾ ਭਗਤ ਹੈ, ਜੱਗ ਵਿੱਚ ਜਿੰਨਾ ਤੂੰ ਛੁਪੇਗਾ ਓਨਾ ਪ੍ਰਗਟ ਹੋਏਗਾ। ਆਖੋ ਸਤਨਾਮ। ਓਨਾ ਪ੍ਰਗਟ ਹੋਏਗਾ ਜਿੰਨਾ ਲੁਕ ਲੁਕ ਕੇ ਬੈਠੇਗਾ। ਇਹ ਸੱਚ ਹੈ। ਬੰਦਗੀ ਵਾਲੇ ਲੁਕਦੇ ਆ, ਛਿਪਦੇ ਆ, ਪਰ ਉਹ ਪ੍ਰਗਟ ਹੋ ਜਾਂਦੇ ਆ।
ਦੁਨੀਆ ਵੀ ਕਰ ਦਿੰਦੀ ਹੈ, ਪਰਮਾਤਮਾ ਵੀ ਕਰ ਦਿੰਦਾ ਹੈ। ਸਾਡੇ ਵਰਗੇ ਅੱਗੇ ਹੋ ਬਹਿੰਦੇ ਆ ਵੀ ਮੇਰੀ ਭਗਤੀ ਜ਼ਿਆਦੇ, ਲੋਕੀ ਕਹਿੰਦੇ ਚੱਲ ਓਏ ਪਿੱਛੇ ਸਾਰਿਆਂ ਨੂੰ, ਤੇਰੀ ਬੰਦਗੀ ਇੰਨੀ ਨਹੀਂ ਅਜੇ, ਤੇਰੀ ਸੇਵਾ ਇੰਨੀ ਨਹੀਂ। ਪਰਮਾਤਮਾ ਜੀ ਬੜੇ ਪਿਆਰ 'ਚ ਆਖਣ ਲੱਗੇ, ਪ੍ਰਹਿਲਾਦ ਮੈਨੂੰ ਤੂੰ ਆਪਣੇ ਤੋਂ ਵੱਧ ਪਿਆਰਾ ਏ, ਤੂੰ ਪੁੱਤਰ ਹੈ ਮੇਰਾ, ਮੰਗ ਅੱਜ ਤੈਨੂੰ ਮੈਂ ਕੀ ਦੇ ਦਿਆਂ। ਬਾਰ ਜਾਚੋ ਜੋ ਹੈ ਚਿਤ ਮਾਹੀ, ਤੋਤੇ ਨਹਿ ਅਦਯ ਮੁਝ ਪਾਹੀ। ਦੇਵੀ ਦੇਵਤੇ ਸਾਰੇ ਪ੍ਰਸੰਨ ਹੋ ਗਏ ਵੀ ਨਰਸਿੰਘ ਸ਼ਾਂਤ ਹੋ ਗਏ, ਸੁਭਾਵਿਕ ਨਾਰਮਲ ਗੱਲਬਾਤ ਹੋ ਰਹੀ ਹੈ। ਤੇ ਪਰ ਪ੍ਰਭੂ ਜੀ ਮੈਨੂੰ ਦੇਣ ਵਾਸਤੇ ਕਾਲੇ ਸੀ, ਕਹਿੰਦੇ ਪ੍ਰਹਿਲਾਦ ਤੂੰ ਅੱਜ ਰਾਜ ਮੰਗ ਲੈ, ਪਦਾਰਥ ਮੰਗ ਲੈ, ਜੋ ਮੰਗੇਗਾ ਤੈਨੂੰ ਦਿਆਂ। ਪ੍ਰਹਿਲਾਦ ਕਹਿੰਦੇ ਮੇਰੀ ਇੱਕੋ ਹੀ ਜਿੱਦ ਸੀ ਵੀ ਮੈਂ ਮੰਗਣਾ ਹੀ ਕੁਛ ਨਹੀਂ। ਆਖੋ ਸਤਨਾਮ, ਕੁਛ ਨਹੀਂ ਮੰਗਣਾ। ਉਹ ਜਿਹਦੇ ਸਾਹਮਣੇ ਰੱਬ ਬੈਠਾ ਉਹਨੂੰ ਮੰਗਣ ਦੀ ਲੋੜ ਹੈ। ਪਰਮਾਤਮਾ ਜੀ ਦੇ ਸਾਹਮਣੇ ਰੂਪ ਧਾਰਨ ਕਰਕੇ ਬੈਠਾ ਹੋਵੇ, ਉਹ ਫੇਰ ਆਖੇ ਮੈਨੂੰ ਰਾਜ ਦੇ ਦੇ, ਮੈਨੂੰ ਪਦਾਰਥ ਦੇ ਦੇ, ਇਹਦਾ ਮਤਲਬ ਉਹਦਾ ਪ੍ਰੇਮ ਉਹਦੇ ਨਾਲ ਹੈ ਹੀ ਨਹੀਂ। ਜਿਹਦੇ ਨਾਲ ਪਿਆਰ ਹੈ, ਜਿਹਦੇ ਨਾਲ ਪ੍ਰੇਮ ਹੈ, ਉਹ ਮਿਲ ਗਿਆ। ਉਹਨੇ ਮੰਗਣਾ ਕੀ ਸੀ? ਉੱਥੇ ਮੰਗਾਂ ਮੁੱਕ ਜਾਂਦੀਆਂ ਨੇ। ਸੁਣ ਕਰ ਮੈਂ ਪੁੰਨ ਗਿਰਾ ਬਖਾਨੇ, ਮਮ ਮਨ ਸਰਬ ਕਾਮਨਾ ਹਾਨੀ। ਭਗਤ ਜੀ ਕਹਿੰਦੇ ਮੈਂ ਫੇਰ ਬੇਨਤੀ ਕੀਤੀ, ਪ੍ਰਭੂ ਜੀ ਉਹ ਮੇਰੇ ਮਨ ਦੀਆਂ ਸਾਰੀਆਂ ਕਾਮਨਾਵਾਂ ਇੱਛਾਵਾਂ ਮੁੱਕ ਗਈਆਂ ਨੇ। ਮੈਂ ਕਿਸੇ ਪਦਾਰਥ ਵਾਸਤੇ ਭਗਤੀ ਨਹੀਂ ਸੀ ਕੀਤੀ। ਮੈਂ ਕਦੇ ਵੀ ਨਹੀਂ ਸੋਚਿਆ ਵੀ ਪਿਤਾ ਦੀ ਇਸ ਕੈਦ ਵਿੱਚੋਂ ਨਿਕਲ ਜਾ, ਮੈਂ ਤਾਂ ਭਗਤੀ ਕਰਦਾ। ਮੈਨੂੰ ਤੇ ਪ੍ਰੇਮ ਸੀ ਤੇਰੀ ਬੰਦਗੀ ਦੇ ਨਾਲ। ਨਿਰਛਲ ਹੋ ਕੇ, ਨਿਰਕਪਟ ਹੋ ਕੇ, ਨਿਰਲਾਲਚ ਹੋ ਕੇ ਮੈਂ ਬੰਦਗੀ ਹਮੇਸ਼ਾ ਕੀਤੀ ਹੈ। ਜੋਸ ਕਾਮ ਤਬ ਭਗਤ ਕਰੇ, ਬਨਕ ਸਮਾਨ ਜਾਨੀਏ ਤੇ। ਤੇਰੇ ਭਗਤ ਦੋ ਤਰ੍ਹਾਂ ਦੇ ਨੇ। ਇੱਕ ਤੇਰਾ ਭਗਤ ਹੈ ਬਾਣੀਏ ਵਰਗਾ, ਇੱਕ ਤੇਰਾ ਭਗਤ ਹੈ ਬੇਪਰਵਾਹ ਸਮੁੰਦਰ ਵਰਗਾ। ਹੁਣ ਬਾਣੀਏ ਵਰਗਾ ਕੌਣ ਹੈ? ਜਿਹਨੇ ਕੋਈ ਇੱਛਾ ਰੱਖ ਕੇ ਭਗਤੀ ਕੀਤੀ ਹੈ। ਹੁਣ ਇੱਛਾ ਰੱਖ ਕੇ ਭਗਤੀ ਕਰਾਂਗੇ, ਜੋ ਮੰਗਾਂਗੇ ਉਹ ਮਿਲਤੇ ਜਾਏਗਾ, ਪਰ ਮੁਕਤੀ ਨਹੀਂ ਮਿਲਣੀ। ਸਦੀਵੀ ਤੌਰ ਦੇ ਸੁੱਖ ਨਹੀਂ ਮਿਲਣੇ, ਸਿਰਫ ਉਹ ਹੀ ਮਿਲਣਾ ਹੈ ਜੋ ਮੰਗਿਆ ਸੀ, ਉਹ ਤੋਂ ਵੱਧ ਕੁਛ ਨਹੀਂ। ਤੇ ਇੱਕ ਸਮੁੰਦਰ ਵਰਗਾ ਹੈ ਜੋ ਨਿਸ਼ਕਾਮ ਹੋ ਕੇ ਚੱਲਦਾ ਸੀ। ਉਹਨੇ ਸੇਵਾ ਵੀ ਕੀਤੀ, ਸਿਮਰਨ ਵੀ ਕੀਤਾ, ਕਦੇ ਗੁਰੂ ਅੱਗੇ ਪੱਲਾ ਅੱਡ ਕੇ ਆਖਿਆ ਹੀ ਨਹੀਂ ਮਹਾਰਾਜ ਘਰ ਸੁਖੀ ਕਰ ਦੇ, ਕਦੇ ਵੀ ਨਹੀਂ ਗਿਆ। ਤੇ ਗੁਰੂ ਸੋਚਦਾ ਸੀ ਵੀ ਇਹ ਮੇਰਾ ਪਿਆਰਾ ਮੇਰੇ ਕੋਲ ਨਿੱਤ ਚੱਲ ਕੇ ਆਉਂਦਾ, ਇਹਦੇ ਟੱਬਰ 'ਚ ਮੈਂ ਦੁੱਖ ਰਹਿਣ ਕੋਈ ਦੇਣਾ ਹੀ ਨਹੀਂ। ਆਖੋ ਸਤਨਾਮ। ਉਹ ਗੁਰੂ ਦਾ ਕਰਮ ਹੈ, ਉਹ ਗੁਰੂ ਦੀ ਦਇਆ ਦ੍ਰਿਸ਼ਟੀ ਹੈ। ਉਹਨੂੰ ਕਹਿੰਦੇ ਆ ਨਿਸ਼ਕਾਮ ਹੋ ਕੇ ਸੇਵਾ ਕਰਨੀ, ਨਿਸ਼ਕਾਮ ਹੋ ਕੇ ਬੰਦਗੀ ਕਰਨੀ। ਨਾਮ ਜਪੇ ਦਾ ਫਲ ਮਿਲਦਾ ਹੀ ਤਾਂ ਹੈ ਜੇ ਨਿਸ਼ਕਾਮ ਹੋ ਕੇ ਜਪੀਏ। ਜੇ ਸਕਾਮ ਹੋ ਕੇ ਬੰਦਗੀ ਕੀਤੀ ਹੈ ਨਾ, ਤੁਸੀਂ ਜੋ ਮੰਗੋਗੇ ਤੁਹਾਨੂੰ ਉਹ ਹੀ ਮਿਲੇਗਾ। ਉਹ ਤੋਂ ਵੱਧ ਅੰਤਰੀਕ ਸੁੱਖ ਪ੍ਰਾਪਤ ਨਹੀਂ ਹੋ ਸਕਦੇ, ਕਿਉਂਕਿ ਮੰਗ ਤੇ ਖੜੇ ਆ। ਭਗਤ ਜੀ ਕਹਿੰਦੇ ਮੈਂ ਪਰਮਾਤਮਾ ਨੂੰ ਆਖਿਆ, ਰੱਬਾ ਇੱਕ ਤੇਰੇ ਭਗਤ ਬਾਣੀਏ ਵਰਗੇ ਹੁੰਦੇ ਆ ਜੋ ਹਿਸਾਬ ਕਿਤਾਬ ਪੂਰਾ ਰੱਖਦੇ ਨੇ। ਸ੍ਰੀ ਨਰ ਹਰ ਪੁਨ ਬੈਨ ਉਚਾਰੇ, ਭਗਤ ਲਖਿਓ ਮੁਝ ਮਹਾ ਉਦਾਰੇ। ਜਦੋਂ ਮੇਰੇ ਬਚਨਾਂ ਨੂੰ ਸੁਣਿਆ, ਹੱਸ ਕੇ ਨਰਸਿੰਘ ਆਖਣ ਲੱਗੇ, ਭਗਤ ਪ੍ਰਹਿਲਾਦ ਤੇਰੇ ਵਰਗੇ ਭਗਤ ਮੈਨੂੰ ਜ਼ਿਆਦਾ ਪਿਆਰੇ ਲੱਗਦੇ ਆ। ਉਹਨਾਂ ਦੱਸ ਦਿੱਤਾ ਨਾ ਵੀ ਦੋ ਤਰ੍ਹਾਂ ਦੇ ਭਗਤ ਆ, ਜਿਵੇਂ ਬਾਣੀਆਂ ਨਾ ਘੱਟ ਦਵੇ ਨਾ ਵੱਧ ਦਵੇ, ਪੂਰਾ ਹਿਸਾਬ ਰੱਖਦਾ ਹੈ। ਤੇ ਜਿਹੜਾ ਰੱਬ ਨਾਲ ਹਿਸਾਬ ਰੱਖਦਾ ਵੀ ਮੈਂ ਮਾਲਾ ਚੁੱਕ ਲਈ, ਅੱਜ 31 ਮਾਲਾ ਕਰਨੀਆਂ ਨੇ, ਇੰਨੇ ਪਾਠ ਕਰ ਲੈਣੇ ਆ, ਉਹ ਉਹਨਾਂ ਕੀ ਮਿਲਦਾ। ਇੱਕ ਨਿਸ਼ਕਾਮ ਹੋ ਕੇ ਲੱਗਿਆ, ਦਿਨ ਰਾਤ ਉੱਠਦਾ ਬਹਿੰਦਾ ਸੌਂਦਾ ਜਾਗਦਾ, ਵਾਹਿਗੁਰੂ 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 ਚ ਤਾਰਦਾ, ਰਾਮ 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 ਜਪਦਾ ਏ। ਉਹਦੇ ਕੋਲ ਕਮੀ ਕੋਈ ਨਹੀਂ, ਕਿਸੇ ਪਦਾਰਥ ਦੀ ਤੋਟ ਕੋਈ ਨਹੀਂ, ਸਭ ਕੁਝ ਉਹ ਆਪਣੇ ਆਪ ਹੀ ਦੇ ਰਿਹਾ। ਪ੍ਰਭੂ ਜੀ ਆਖਣ ਲੱਗੇ, ਪ੍ਰਹਿਲਾਦ ਤੇਰੀ ਬੰਦਗੀ ਤੋਂ ਪ੍ਰਸੰਨ ਇੰਨਾ ਹਾਂ, ਤਿੰਨੇ ਲੋਕਾਂ ਦਾ ਰਾਜ ਸੁੱਖ ਵੀ ਇਹਦੇ ਸਾਹਮਣੇ ਤੁੱਛ ਹੈ। ਨਿਸ਼ਚੈ ਸਰਬ ਚਾਹੇ ਤੈ ਤਿਆਗੇ, ਤਦਪ ਮੋਹਿ ਤੋਖਣ ਹਿਤ ਲਾਗੇ। ਪਰ ਪਿਆਰਿਆ, ਜੇ ਤੂੰ ਅੱਜ ਮੇਰੇ ਤੋਂ ਕੁਝ ਮੰਗਿਆ ਨਾ, ਪ੍ਰਭੂ ਜੀ ਆਖਣ ਲੱਗੇ ਮੈਨੂੰ ਤਲਬ ਲੱਗੀ ਰਹੂਗੀ, ਮੈਨੂੰ ਚੈਨ ਨਹੀਂ ਆਉਣਾ ਵੀ ਮੈਂ ਆਪਣੇ ਪਿਆਰੇ ਨੂੰ ਦੇਣਾ ਚਾਹੁੰਦਾ, ਕੁਝ ਉਹ ਮੰਗਦਾ ਨਹੀਂ। ਭਗਤ ਕਹਿੰਦੇ ਰੱਬਾ ਮੈਂ ਮੰਗਾ ਕੀ? ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਪ੍ਰਭ ਦੀਜੈ ਨਾਮ ਪਿਆਰੀ ਜੀ। ਮੈਂ ਮੰਗਾ ਕੀ?
ਤੇਰੇ ਨਾਮ ਤੋਂ ਬਗੈਰ ਮੈਨੂੰ ਕੁਝ ਦਿਸਦਾ ਹੀ ਨਹੀਂ। ਜਾਚੋ ਬਾਰ ਆਏ ਸਿਉਨ ਸਾਰੇ, ਧਨ ਮੈਂ ਤੂੰ ਮੇਰੋ ਹਿਤ ਕਰੇ। ਪਰਮਾਤਮਾ ਜੀ ਫੇਰ ਨਰਸਿੰਘ ਪੁੱਛਦੇ ਆ ਤੀਜੀ ਵਾਰ, ਪ੍ਰਹਿਲਾਦ ਤੂੰ ਪੁੱਛ ਤੇ ਮੰਗ ਲੈ, ਭਾਵੇਂ ਮੈਨੂੰ ਹੀ ਮੰਗ ਲੈ। ਪ੍ਰਹਿਲਾਦ ਜੀ ਕਹਿੰਦੇ ਅੱਜ ਰੱਬ ਸਾਹਮਣੇ ਤਰਲੇ ਕਰਦਾ ਸੀ ਤੇ ਮੈਂ ਹੱਥ ਜੋੜ ਕੇ ਕਹਿੰਦਾ ਸੀ ਮੈਨੂੰ ਚਾਹੀਦਾ ਕੁਛ ਨਹੀਂ, ਮੈਨੂੰ ਕੁਝ ਨਹੀਂ ਚਾਹੀਦਾ। ਕਦੇ ਇਸੇ ਤਖਤ ਤੇ ਬਹਿ ਕੇ ਮੇਰਾ ਪਿਤਾ ਮੇਰੀ ਛਾਤੀ ਵਿੱਚ ਲੱਤਾਂ ਮਾਰਦਾ ਸੀ, ਅੱਜ ਤਖਤ ਦਾ ਮਾਲਕ, ਸ੍ਰਿਸ਼ਟੀ ਦਾ ਮਾਲਕ ਮੇਰੇ ਤਰਲੇ ਕਰਦਾ ਏ। ਬਾਂਦੇ ਹੱਥ ਮੈਂ ਮਾਨ ਰਜਾਇਆ, ਕਹਿਓ ਜੇ ਰਾਵਰ ਕੀ ਅਸਦਾਇਆ। ਜਦੋਂ ਮੈਂ ਬਾਰ-ਬਾਰ ਮਨਾ ਕੀਤਾ, ਤੀਜੀ ਚੌਥੀ ਵਾਰ ਪਰਮਾਤਮਾ ਨੇ ਆਖਿਆ ਪਿਆਰਿਆ ਹੁਣ ਨਾ ਰੋਕੀ। ਫਿਰ ਮੈਂ ਵੀ ਕਹਿ ਦਿੱਤਾ ਰੱਬਾ ਜੋ ਤੇਰਾ ਚਿੱਤ ਕਰਦਾ ਫਿਰ ਉਹ ਦੇ ਦੇ, ਤੂੰ ਜਿੱਥੇ ਰੱਖਣਾ ਚਾਹੁੰਦਾ ਉੱਥੇ ਰੱਖ ਲੈ। ਉਹ ਖੁਸ਼ ਹੋ ਕੇ ਮੈਨੂੰ ਬਚਨ ਆਖਣ ਲੱਗੇ ਨੇ, ਸਰਬ ਕਾਮਣਾ ਔਰ ਜਰ ਜਾਵਹਿ, ਤਬ ਪਗ ਭਗਤ ਸਦਾ ਰਤ ਭਾਵਹਿ। ਆਖਣ ਲੱਗੇ ਪ੍ਰਹਿਲਾਦ ਤੂੰ ਸਦੀਵ ਤੌਰ ਤੇ ਅਮਰ ਰਹੇਗਾ, ਸਦੀਵ ਤੌਰ ਤੇ। ਜਦ ਕੋਈ ਭਗਤ ਭਗਤੀ ਕਰਨੀ ਚਾਹੇਗਾ ਨਾ, ਤੇਰਾ ਨਾਮ ਜਪੇਗਾ, ਤੈਨੂੰ ਚੇਤੇ ਕਰੇਗਾ, ਕਹਿੰਦੇ ਜਮ ਕਦੇ ਨੇੜੇ ਨਹੀਂ ਆਉਣਗੇ। ਆਖੋ ਸਤਨਾਮ। ਉਸ ਪਿਆਰੇ ਪਰਮਾਤਮਾ ਨੇ, ਨਰਸਿੰਘ ਨੇ ਇਹ ਬਚਨ ਭਗਤ ਪ੍ਰਹਿਲਾਦ ਨੂੰ ਦਿੱਤਾ ਏ। ਅਸ ਕੈ ਬਾਰ ਬਾਰ ਸਿਰ ਨਿਆਏ, ਰਹਿਓ ਚਰਨ ਪੰਕਜ ਲਪਟਾਏ। ਮੈਂ ਫਿਰ ਪ੍ਰਭੂ ਜੀ ਦੇ ਚਰਨਾਂ ਨੂੰ ਫੜਿਆ ਤੇ ਨਮਸਕਾਰ ਕੀਤੀ, ਪਰ ਉਹਨਾਂ ਨੇ ਮੈਨੂੰ ਗਲਵਕੜੀ ਵਿੱਚ ਲੈ ਲਿਆ, ਥਾਪੜਾ ਦਿੱਤਾ। ਕਹਿੰਦੇ ਤੇਰੀ ਭਗਤੀ ਤੋਂ ਕੁਰਬਾਨ ਹਾਂ। ਕੁਰਬਾਨ ਕਿਉਂ? ਇੰਨੀ ਛੋਟੀ ਉਮਰ ਵਿੱਚ ਤਪ ਕੀਤਾ, ਬੰਦਗੀ ਕੀਤੀ, ਪਿਤਾ ਦੀਆਂ ਮਾਰਾਂ ਝੱਲੀਆਂ, ਮਾਰਾਂ ਵੀ ਕਿੰਨੀਆਂ ਭਿਆਨਕ। ਉਹਨੇ ਮਾਰਨ ਵਿੱਚ ਵੀ ਕੋਈ ਕਸਰ ਨਾ ਛੱਡੀ, ਫਿਰ ਵੀ ਕਿਸੇ ਦਾ ਡਰ ਪੈ ਰੱਖਿਆ ਹੀ ਨਾ। ਹੋਵੇ ਪਰਸਨ ਭਗਤਨ ਗੁਣ ਖਾਨੀ, ਮ੍ਰਿਦੁਲ ਮਦਰ ਬੋਲੇ ਸੁਠ ਬਾਨੀ। ਤੇ ਫਿਰ ਉਹ ਪਿਆਰਾ ਪ੍ਰੀਤਮ ਸੱਜਣ ਮੈਨੂੰ ਲੈ ਕੇ ਨਾਲ ਤਖਤ ਦੇ ਆਸੇ-ਪਾਸੇ ਫੇਰੀ ਲਾਉਂਦਾ। ਭਗਤ ਪ੍ਰਹਿਲਾਦ ਕਹਿੰਦੇ ਮੈਂ ਨਾਲ ਤੁਰੀ ਜਾਵਾਂ, ਆਸੇ-ਪਾਸੇ ਦੇਵੀ ਦੇਵਤੇ ਹੱਥ ਜੋੜ ਕੇ ਖੜੇ ਆ, ਫੁੱਲਾਂ ਦੀ ਬਰਸਾਤ ਕਰਦੇ ਆ, ਤੇ ਮੈਨੂੰ ਕਹਿੰਦੇ ਪ੍ਰਹਿਲਾਦ ਮੇਰਾ ਚਿੱਤ ਕਰਦਾ ਮੈਂ ਤੈਨੂੰ ਤਰਲੋਕੀ ਦਾ ਰਾਜ ਦੇ ਦਿਆਂ। ਮੈਂ ਕਿਹਾ ਪ੍ਰਭੂ ਜੀ ਜੇ ਰਾਜ ਦੇ ਦਿੱਤਾ ਨਾ ਫਿਰ ਤੇਰੀ ਭਗਤੀ ਨਹੀਂ ਹੋਣੀ, ਤੇਰੀ ਫਿਰ ਬੰਦਗੀ ਤੋਂ ਮੈਂ ਟੁੱਟ ਜਾਵਾਂਗਾ। ਸਦਾ ਅਚਲ ਸੁਖ ਦੋਨੋਂ ਲੋਕਾ, ਨਿਰਸੰਦੇਹ ਹਵੈ ਭੋਗ ਅਸ਼ੋਕਾ। ਪਰ ਉਹਨਾਂ ਸੀਸ ਤੇ ਹੱਥ ਰੱਖ ਕੇ ਕਹਿ ਦਿੱਤਾ ਅੱਜ ਤੋਂ ਬਾਅਦ ਤੇਰੇ ਕੋਲ ਦੋਨੇ ਲੋਕਾਂ ਦੇ ਅਚਲ ਸੁਖ ਹੋਣਗੇ, ਅਚਲ ਸੁਖ, ਜਿਹੜੇ ਕਦੇ ਚਲਾਏਮਾਨ ਨਹੀਂ ਹੋਣਗੇ, ਕਦੇ ਘਟਣਗੇ ਨਹੀਂ, ਕਦੇ ਵਧਣਗੇ ਨਹੀਂ। ਸਦੀਵੀ ਤੌਰ ਤੇ ਦੁਨੀਆ ਰਹੇ ਨਾ ਰਹੇ, ਪਰ ਤੇਰੇ ਸੁਖ ਸਦਾ ਹੀ ਰਹਿਣਗੇ। ਸਾਵਧਾਨ ਕੋ ਹੋ ਭਵਾਲਾ, ਕਰਿਓ ਰਾਜ ਬੈਸੀ ਚਿਰ ਕਾਲਾ। ਮੈਨੂੰ ਬਿਠਾ ਕੇ ਉਸੇ ਤਖਤ ਤੇ ਜਿੱਥੇ ਕਦੇ ਉਹ ਆਪ ਬੈਠੇ ਸੀ, ਰਾਜ ਤਿਲਕ ਦੇ ਕੇ ਆਖਣ ਲੱਗੇ ਤੂੰ ਅੱਜ ਤੋਂ ਦੇਵਤਿਆਂ ਤੇ ਦੈਂਤਾਂ ਦਾ ਵੀ ਰਾਜਾ ਹੋਏਗਾ। ਆਖੋ ਸਤਨਾਮ। ਸਭ ਤੇਰੀ ਰਜਾ ਵਿੱਚ ਚੱਲਣਗੇ, ਸਾਰੇ ਦੇ ਸਾਰੇ। ਅੱਗੇ ਤੇ ਇਹ ਸੀ ਨਾ ਵੀ ਪਿਤਾ ਰਾਖਸ਼, ਪਿਤਾ ਦਾਨਵ, ਰਾਜ ਪੁੱਤਰ ਕਰਕੇ ਸਤਿਕਾਰ ਕਰਦੇ ਸੀ ਵੀ ਚਲੋ ਦੈਂਤਾਂ ਦੇ ਵਿੱਚ ਹੀ ਰਾਜ ਰਹੂਗਾ। ਹੁਣ ਤੇ ਦੇਵਤੇ ਵੀ ਸਤਿਕਾਰ ਕਰਦੇ ਆ, ਜਿਨ੍ਹਾਂ ਨੂੰ ਨਾਰਦ ਮੁਨੀ ਨੇ ਗੁੜਤੀ ਦਿੱਤੀ ਹੋਵੇ, ਜਿਨ੍ਹਾਂ ਕੋਲ ਬੰਦਗੀ ਪਰਮਾਤਮਾ ਦੀ ਹੋਵੇ, ਉਹ ਤੇ ਤਰਲੋਕੀ ਦਾ ਰਾਜ ਕਰਨ ਵਾਲੇ ਆ। ਉਸ ਅਕਾਲ ਪੁਰਖ ਵਾਹਿਗੁਰੂ ਪਿਆਰੇ ਨੇ ਮੈਨੂੰ ਰਾਜ ਤਖਤ ਦਾ ਤਿਲਕ ਅੱਜ ਮੱਥੇ ਤੇ ਲਾਇਆ ਏ। ਸਰਬ ਸਰਵਣ ਭਗਤ ਹਮਾਰਾ, ਸਵੈ ਨ ਸਕੈ ਮਦਮਾਨ ਵਿਕਾਰਾ। ਤੇ ਮੈਨੂੰ ਵਰ ਦਿੱਤੇ ਉਸ ਵੇਲੇ ਛਾਤੀ ਨਾਲ ਲਾ ਕੇ, ਗਲ ਨਾਲ ਲਾ ਕੇ, ਕਹਿੰਦੇ ਮੇਰੇ ਭਗਤ ਵਿੱਚ ਕੋਈ ਵਿਕਾਰ ਨਹੀਂ ਹੋਏਗਾ, ਕੋਈ ਦੁੱਖ ਨਹੀਂ ਹੋਏਗਾ, ਇਹ ਸਦੀਵੀ ਸੁਖੀ ਹੋਏਗਾ, ਤੇ ਜਿਹੜਾ ਇਹਦੇ ਦੀਦਾਰ ਕਰੇਗਾ ਸਦਾ ਸੁਖੀ ਰਹੇਗਾ। ਕਿਉਂਕਿ ਹੁਣ ਦਾਨਵਾਂ ਦੀ ਕੁੱਲ ਦੇ ਵਿੱਚੋਂ ਪਾਪ ਹੀ ਖਤਮ ਹੋ ਗਏ। ਭਗਤ ਕਹਿੰਦੇ ਮੇਰੇ ਅੱਖਾਂ 'ਚੋਂ ਹੰਝੂ ਆ ਗਏ, ਨੇਤਰਾਂ 'ਚੋਂ ਆ ਗਏ ਵੀ ਮੈਨੂੰ ਤੇ ਮੁਕਤ ਕਰਤਾ, ਪਿਤਾ ਤਾਂ ਨਾ ਮੁਕਤ ਹੋਇਆ ਮੇਰਾ। ਭਾਵੇਂ ਚੰਗਾ ਸੀ, ਮਾੜਾ ਸੀ, ਜਿਹੋ ਜਿਹਾ ਮਰਜ਼ੀ ਸੀ, ਉਹ ਤੇ ਫਿਰ ਰਾਖਸ਼ ਦਾ ਰਾਖਸ਼ ਰਹਿ ਗਿਆ, ਉਹ ਤੇ ਦੁਸ਼ਟਾਂ ਦਾ ਦੁਸ਼ਟ ਹੀ ਰਹਿ ਗਿਆ ਨਾ।
ਉਹਨੇ ਤੇ ਆਪਣੇ ਜੀਵਨ ਦਾ ਕੋਈ ਉਧਾਰ ਕੀਤਾ ਹੀ ਨਾ। ਮੇਰੇ ਮਨ ਵਿੱਚ ਇਹ ਸੀ ਵੀ ਜੇ ਮੈਂ ਕੁਝ ਮੰਗਣਾ ਸੀ ਇਹ ਮੰਗ ਲੈਂਦਾ ਵੀ ਰੱਬਾ ਜੀ ਨੂੰ ਤੂੰ ਮਾਰਿਆ ਉਹਦਾ ਉਧਾਰ ਕਰ ਦੇ, ਉਹਨੂੰ ਵੀ ਮੁਕਤ ਕਰ ਦੇ। ਸੁਣ ਏਵ ਬਚ ਜੋ ਕਹੇ ਜਗਨਨਾਥ, ਬੋਲਿਓ ਮੈਂ ਨਾਏ ਪਗ ਮਾਥਾ। ਤੇ ਮੇਰੇ ਦਿਲ ਦੀ ਗੱਲ ਜਾਣ ਕੇ ਪ੍ਰਭੂ ਜੀ ਮੈਨੂੰ ਪੁੱਛਦੇ ਆ, ਕਹਿੰਦੇ ਪ੍ਰਹਿਲਾਦ ਕੀ ਸੋਚਦਾ ਹੈ, ਕੁਝ ਕਹਿਣਾ ਚਾਹੁੰਦਾ ਹੈ? ਮੈਂ ਕਿਹਾ ਨਹੀਂ। ਮੈਂ ਫੇਰ ਟਾਲਿਆ ਵੀ ਕਿਤੇ ਪ੍ਰਭੂ ਜੀ ਨਾਰਾਜ਼ ਹੀ ਨਾ ਹੋ ਜਾਣ ਵੀ ਜਿਸ ਦੁਸ਼ਟ ਨੂੰ ਮਾਰਨ ਵਾਸਤੇ ਸਾਨੂੰ ਮੁਸ਼ੱਕਤ ਕਰਨੀ ਪਈ ਤੂੰ ਫੇਰ ਉਹਦਾ ਪੱਖ ਪੂਰਦਾ। ਇਹਦਾ ਭਾਵ ਕੀ ਹੈ? ਰੱਬ ਦੇ ਪਿਆਰਿਆਂ ਦੇ ਅੰਦਰ ਦੁਸ਼ਮਣ ਪ੍ਰਤੀ ਵੀ ਕਦੇ ਨਫ਼ਰਤ ਨਹੀਂ ਹੁੰਦੀ। ਆਖੋ ਸਤਿਨਾਮ। ਉਹ ਵੈਰ ਨਹੀਂ ਰੱਖਦੇ। ਪਿਤਾ ਨੇ ਕੋਈ ਕਸਰ ਛੱਡੀ ਹੈ? ਕਦੇ ਸੱਪਾਂ ਤੋਂ ਡੰਗ ਮਰਾਏ, ਕਦੇ ਪਾਣੀ ਵਿੱਚ ਡੋਬਿਆ, ਕਦੇ ਪਹਾੜਾਂ ਤੋਂ ਸੁੱਟਿਆ, ਹਰ ਵੇਲੇ ਮਾਰਨ ਦੀ ਕੋਸ਼ਿਸ਼ ਕਰਦਾ ਰਿਹਾ। ਪਰ ਬੁਰਿਆਂ ਦਾ ਵੀ ਅੱਜ ਉਹ ਭਲਾ ਮੰਗਦੇ ਹਨ। ਮਮ ਪਿਤ ਤਿਸ਼ੈ ਅਗੀ ਮਲੀਨਾ, ਨਿੰਦਕ ਹੋਏ ਦਰੋਹ ਤੁਮ ਕੀਨਾ। ਤੇ ਮੈਂ ਕਿਹਾ ਪਰਮਾਤਮਾ ਦੀ ਮੇਰੇ ਪਿਤਾ ਨੇ ਤੁਹਾਡੀ ਨਿੰਦਿਆ ਕੀਤੀ, ਸਾਰੀ ਜ਼ਿੰਦਗੀ ਨਿੰਦਿਆ ਕਰਦਾ ਰਿਹਾ ਰੱਬ ਦੀ ਵੀ ਮੈਂ ਰੱਬ ਆਂ ਤੇ ਰੱਬ ਕੋਈ ਨਹੀਂ ਹੁੰਦਾ, ਤੇ ਉਹਦੇ ਪਾਪ ਤੇ ਕਦੇ ਬਖਸ਼ੇ ਨਹੀਂ ਜਾਣਗੇ। ਤੁਸੀਂ ਮੈਨੂੰ ਤੇ ਮੁਕਤ ਕਰ ਦਿੱਤਾ, ਉਹ ਤੇ ਫੇਰ ਪਾਪੀ ਦਾ ਪਾਪੀ ਰਹਿ ਗਿਆ। ਦੀਨ ਦਿਆਲੇ ਸਕੀ ਗਤ ਕੀਜੈ, ਸਭ ਅਪਰਾਧ ਬਖਸ਼ ਕਰ ਦੀਜੈ। ਹੱਥ ਜੋੜ ਕੇ ਆਖਿਆ, ਹੇ ਦੀਨ ਦਇਆਲ ਸਤਿਗੁਰੂ, ਜੇ ਕੁਝ ਬਖਸ਼ਣਾ ਚਾਹੁੰਦੇ ਹੋ, ਕੁਝ ਦੇਣਾ ਚਾਹੁੰਦੇ ਹੋ ਨਾ, ਪਿਤਾ ਮੇਰੇ ਨੂੰ ਮੁਕਤ ਕਰ ਦਿਓ, ਮੁਕਤ ਜੰਮਣ ਮਰਨ ਤੋਂ ਰਹਿਤ ਕਰ ਦਿਓ, ਕਿਸੇ ਟੇਢੀ ਜੂਨ ਵਿੱਚ ਨਾ ਜਾਵੇ। ਇੱਥੇ ਮਤਲਬ ਇਹ ਨਹੀਂ ਵੀ ਜੇ ਪਿਤਾ ਤੇ ਤਾਂ ਸਪੋਰਟ ਕਰਦੇ ਹੋ, ਰੱਬ ਦੇ ਪਿਆਰੇ ਤੇ ਸਦਾ ਹੀ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਉਹ ਤੇ ਕਦੇ ਕਿਸੇ ਦਾ ਬੁਰਾ ਮੰਗਦੇ ਹੀ ਨਹੀਂ। ਉਹਨਾਂ ਦੇ ਜੀਵਨ ਦੇ ਵਿੱਚ ਕਦੇ ਖਿਆਲ ਵੀ ਨਹੀਂ ਵੀ ਦੁਸ਼ਮਣ ਦਾ ਵੀ ਬੁਰਾ ਹੋਵੇ, ਸਭ ਦਾ ਹੀ ਭਲਾ ਮੰਗਦੇ ਨੇ। ਮਸੋ ਕੀਨ ਵਿਰੋਧ ਮਲੀਨੇ, ਕਹੇ ਕੋ ਵਚਨ ਕੋ ਢਿਲ ਮਤ ਹੀਨੇ। ਕਿਰਪਾ ਕਰੋ, ਮੇਰੀ ਭਗਤੀ ਦੀ ਅੰਸ਼ ਲੈ ਕੇ ਉਹਨਾਂ ਨੂੰ ਬਖਸ਼ ਲਵੋ, ਦਇਆ ਕਰੋ, ਤਰਸ ਕਰੋ। ਕਹਿੰਦੇ ਉਸ ਵੇਲੇ ਪਰਮਾਤਮਾ ਜੀ ਮੇਰੇ ਕੋਲ ਆਏ, ਮੇਰੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ, ਪੁੱਤਰ ਕੀ ਤੈਨੂੰ ਲੱਗਦਾ ਹੈ? ਤੈਨੂੰ ਇਹ ਲੱਗਦਾ ਏ ਜਾਂ ਤੇਰੇ ਅੰਦਰ ਸ਼ੱਕ ਹੈ ਵੀ ਭਗਤੀ ਕਰਨ ਵਾਲੇ ਦਾ ਪਿਤਾ ਵੀ ਭਟਕਦਾ ਹੋਏਗਾ? ਪ੍ਰਹਿਲਾਦ ਜੀ ਕਹਿੰਦੇ ਪਰਮਾਤਮਾ ਨੇ ਮੈਨੂੰ ਇਹ ਬਚਨ ਨਰਸਿੰਘ ਨੇ ਬੜੇ ਪ੍ਰੇਮ ਵਿੱਚ ਆਖੇ ਨੇ। ਅਭਿਯੋਗਨ ਮੈਂ ਪੂਰਨ ਪਾਪੇ, ਬਿਨਾ ਕਾਜ ਜਗ ਜੀਵ ਸੰਤਾਪੇ। ਕਹਿੰਦੇ ਤਾਂ ਕੀ ਹੋਇਆ ਜੇ ਉਹਨੇ ਸਾਡੇ ਨਾਲ ਵੈਰ ਕੀਤਾ ਜਾਂ ਕਾਰਨ ਕੀਤਾ? ਹਿਰਨਕਸ਼ਿਪ ਦੇ ਮਨ ਵਿੱਚ ਵੈਰ ਸੀ ਪ੍ਰਹਿਲਾਦ ਜੀ, ਮੇਰੇ ਅੰਦਰ ਉਹਦੇ ਲਈ ਵੈਰ ਨਹੀਂ ਸੀ, ਮੇਰੇ ਅੰਦਰ ਉਹਦੇ ਲਈ ਨਫ਼ਰਤ ਨਹੀਂ ਸੀ। ਉਹਨੂੰ ਉਹਦੇ ਹੰਕਾਰ ਨੇ ਮਾਰਿਆ। ਜੇ ਤੂੰ ਭਗਤ ਪਿਆਰਾ ਮੇਰਾ ਨਾ, ਤੈਨੂੰ ਕਹਿਣ ਦੀ ਲੋੜ ਨਹੀਂ, ਤੇਰੇ ਕਹਿਣ ਤੋਂ ਪਹਿਲਾਂ ਹੀ ਤੇਰੀਆਂ 21 ਕੁਲਾਂ ਤਾਰ ਦਿੱਤੀਆਂ। ਆਖੋ ਸਤਨਾਮ। ਹੁਣ 21 ਕੁਲਾਂ ਦਾ ਭਾਵ ਕੀ ਹੈ? ਕਈ ਵਾਰ ਨਾ ਲੋਕੀ ਸੋਚ ਲੈਂਦੇ ਆ ਵੀ ਸਾਡੇ ਕੁੱਲ ਚੋਂ ਫਲਾਣਾ ਬ੍ਰਹਮ ਗਿਆਨੀ ਹੋਇਆ, ਸਿੱਖ ਹੋਇਆ, ਸ਼ਾਇਦ ਅਸੀਂ ਜੋ ਮਰਜ਼ੀ ਕਰੀਏ ਸਾਡਾ ਉਧਾਰ ਹੋ ਜੂ। ਨਹੀਂ, ਬਿਲਕੁਲ ਵੀ ਨਹੀਂ। 21 ਕੁਲਾਂ ਕਿਹੜੀਆਂ ਨੇ? 51 ਕੁਲਾਂ ਕਿਹੜੀਆਂ ਨੇ? 11 ਕੁਲਾਂ ਕਿਹੜੀਆਂ ਨੇ? ਜਦੋਂ ਇਤਿਹਾਸ ਪੜ੍ਹੋਗੇ ਫਿਰ ਪਤਾ ਲੱਗਣਾ ਹੈ। ਗੁਰੂ ਕਲਗੀਧਰ ਜੀ ਨੇ ਬਚਨ ਕੀਤਾ ਹੈ, 21 ਕੁਲਾਂ ਪਿਛਲੀਆਂ ਬੰਦੇ ਤੋਂ, ਆਪਣੇ ਤੋਂ ਪਹਿਲਾਂ ਜਿਹੜੇ ਹੋਲੇ ਨਾ, ਕਿਸੇ ਨੇ ਮਾੜੇ ਕਰਮ ਕੀਤੇ, ਚੰਗੇ ਕੀਤੇ, ਕੋਈ ਨਰਕਾਂ 'ਚ ਹੈ, ਕੋਈ ਕਿਤੇ ਆ, ਕੋਈ ਕਿਹੜੀ ਜੂਨ 'ਚ ਹੈ। ਜੇ ਉਸ ਕੁਲ ਵਿੱਚ ਇੱਕ ਭਗਤ ਪਿਆਰਾ ਬੰਦਗੀ ਵਾਲਾ ਸਾਧੂ ਆ ਜੇ ਨਾ, ਪਿਛਲੇ ਦੇ ਪਿਛਲੇ 21 ਕੁਲਾਂ ਦਾ ਉਧਾਰ ਹੋ ਜਾਂਦਾ ਏ। ਉਹਨਾਂ 21 ਕੁਲਾਂ ਦੇ ਵਿੱਚ ਅੱਜ ਭਗਤ ਪ੍ਰਹਿਲਾਦ ਦੇ ਪਿਤਾ ਹਿਰਨਕਸ਼ਿਪ ਦਾ ਵੀ ਉਧਾਰ ਹੋਇਆ। ਆਖੋ ਸਤਨਾਮ। ਪ੍ਰਭੂ ਜੀ ਨੇ ਕਹਿ ਦਿੱਤਾ ਮੇਰੇ ਮਨ ਵਿੱਚ ਕਿਸੇ ਲਈ ਵੈਰ ਨਹੀਂ, ਵਿਰੋਧ ਨਹੀਂ। ਪ੍ਰਹਿਲਾਦ ਤੈਨੂੰ ਇਹ ਮੰਗਣ ਦੀ ਵੀ ਜ਼ਰੂਰਤ ਨਹੀਂ ਸੀ। ਨਾਮ ਜਪਣ ਵਾਲਿਆਂ ਦੀਆਂ 21 ਕੁਲਾਂ ਤਰਦੀਆਂ ਸੀ, ਤਰਦੀਆਂ ਹਨ ਤੇ ਸਦਾ ਤਰਦੀਆਂ ਰਹਿਣਗੀਆਂ। ਜਿਵੇਂ ਜਿਵੇਂ ਸਤਿਗੁਰ ਕਿਰਪਾ ਕਰਨਗੇ ਆਉਣ ਵਾਲੇ ਦਿਨਾਂ 'ਚ ਆਨੰਦ ਮਾਣਾਂਗੇ। ਮਾਈਕ ਇਸ ਕਰਕੇ ਬੰਦ ਕੀਤਾ ਗਿਆ ਸੀ ਕਿਉਂਕਿ ਲਾਈਟ ਨਾ ਹੋਣ ਕਰਕੇ, ਕਿਉਂਕਿ ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਆ। ਬਾਈ ਚਾਂਸ ਲਾਈਟ ਨਾ ਆਵੇ, ਹੋ ਸਕਦਾ ਸਾਰੀ ਰਾਤ ਨਾ ਆਵੇ, ਹੋ ਜਾਂਦਾ ਕਈ ਵਾਰੀ, ਫਿਰ ਉਸ ਵੇਲੇ ਨਾ ਲਾਈਟਿੰਗ ਦੀ ਬਹੁਤ ਪ੍ਰੋਬਲਮ ਆਉਂਦੀ ਹੈ। ਇਸ ਕਰਕੇ ਇਸ ਨੂੰ ਬੰਦ ਕੀਤਾ ਗਿਆ ਸੀ। ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਆਨੰਦ ਬਰਕਰਾਰ ਹੋਣਾ ਬਹੁਤ ਵੱਡੀ ਗੱਲ ਹੈ। ਆਪ ਜੀ ਬੜੇ ਪਿਆਰ 'ਚ ਜੁੜਦੇ ਹੋ, ਨਿਤਾ ਪ੍ਰਤ ਜੁੜਦੇ ਹੋ। ਸਪੀਕਰ ਦਾ ਕੰਮ ਸਿਰਫ ਹੁੰਦਾ ਆਵਾਜ਼ ਪਹੁੰਚਾਉਣਾ। ਆਪਾਂ ਕਿਹੜਾ ਦੁਨੀਆ ਨੂੰ ਬਾਹਰ ਸੁਣਾਉਣਾ ਹੈ।
ਸੁਣਨ ਵਾਲੇ ਪਿਆਰ 'ਚ ਬੈਠੇ ਆ, ਭਾਵਨਾ 'ਚ ਬੈਠੇ ਆ। ਮਹਾਰਾਜ ਕਿਰਪਾ ਕਰਦੇ ਰਹਿਣ, ਜਿਵੇਂ ਜਿਵੇਂ ਪ੍ਰਸੰਗ ਅੱਗੇ ਜਾਣਗੇ। ਕਿਉਂਕਿ ਭਗਤ ਪ੍ਰਹਿਲਾਦ ਜੀ ਦੀ ਜੀਵਨ ਕਥਾ ਅੱਜ ਸੰਪੂਰਨ ਹੋਈ। ਹੁਣ ਅੱਗੇ ਜਿਹੜੇ ਪ੍ਰਸੰਗ ਨੇ ਹੋਰ ਗਹਿਰੇ ਆਉਣਗੇ। ਬੜਾ ਕੁਝ ਸਿੱਖਣ ਵਾਸਤੇ ਉਹਨਾਂ 'ਚ ਪ੍ਰਾਪਤ ਹੋਣਾ। ਸਤਿਗੁਰ ਕਿਰਪਾ ਕਰਨ, ਇਸੇ ਤਰ੍ਹਾਂ ਜੁੜਦੇ ਰਹੀਏ। ਵਾਹਿਗੁਰੂ ਵਾਹਿਗੁਰੂ।